ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇ ਵਾਲੀਆ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਹੈ ਸ਼ੁੱਕਰਵਾਰ, ਤਰੀਕ ਹੈ 8 ਮਈ, ਸ਼ਾਮ ਦੇ 5:32 ਹੋਏ ਨੇ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਠਿੰਡਾ ਸਟੂਡੀਓ ਤੋਂ ਬਹੁਤ-ਬਹੁਤ ਸਵਾਗਤ ਹੈ ਜੀ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 5:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਸਤਿਕਾਰਤ ਲਿਸਨਰ ਤੇ ਜਗਜੀਤ ਸਿੰਘ ਲੰਡਨ ਕੈਨੇਡਾ ਤੋਂ। ਸੋ ਆਗਾਜ਼ ਕਰਦੇ ਹਾਂ ਜੀ ਅੱਜ ਦੀਆਂ ਅਹਿਮ ਖਬਰਾਂ ਦਾ ਤੇ ਫਿਰ ਅੱਗੇ ਗੱਲਬਾਤ ਕਰਾਂਗੇ। ਗੱਲਬਾਤ ਦਾ ਵਿਸ਼ਾ ਰਹੇਗਾ ਸਾਬਕਾ ਡੀਜੀਪੀ ਸਮੇਤ ਸਿੰਘ ਸੈਣੀ ਤੇ ਬਾਦਲ ਪਰਿਵਾਰ ਦੇ ਰਿਸ਼ਤੇ। ਕਿਸ ਤਰ੍ਹਾਂ ਸਮੇਤ ਸਿੰਘ ਸੈਣੀ ਬਾਦਲ ਪਰਿਵਾਰ ਦੇ ਨਜ਼ਦੀਕ ਹੋਇਆ, ਕਿਸ ਤਰ੍ਹਾਂ ਸਮੇਤ ਸਿੰਘ ਸੈਣੀ ਨੇ ਬਾਦਲ ਪਰਿਵਾਰ ਦੇ ਕਹਿਣ ਦੇ ਉੱਤੇ ਹਰ ਕੰਮ ਕੀਤਾ। ਮੁਹਾਲੀ ਦੀ ਅਦਾਲਤ ਨੇ ਸਾਬਕਾ ਡੀਜੀਪੀ ਸਮੇਤ ਸਿੰਘ ਸੈਣੀ ਤੇ 8 ਹੋਰਨਾਂ ਵਿਰੁੱਧ ਅਗਵਾ ਦੇ ਕੇਸ 'ਚ ਤੁਰੰਤ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਮੇਤ ਸਿੰਘ ਸੈਣੀ ਨੇ ਅੱਜ ਪਹਿਲਾਂ ਗ੍ਰਿਫਤਾਰੀ ਜ਼ਮਾਨਤ ਲਈ ਸਥਾਨਕ ਅਦਾਲਤ 'ਚ ਪਹੁੰਚ ਕੀਤੀ ਸੀ, ਪਰ ਮਾਨਯੋਗ ਜੱਜ ਨੇ ਕਿਹਾ ਕਿ ਅਦਾਲਤ ਉਸ ਨੂੰ ਦੂਜੀ ਧਿਰ ਦੀ ਗੱਲ ਸੁਣੇ ਬਗੈਰ ਪਾਰਟੀ ਨੂੰ ਰਾਹਤ ਨਹੀਂ ਦੇ ਸਕਦੀ। ਇਸ ਤੇ ਸਰਕਾਰ ਅਤੇ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿੱਚ ਉਹਨਾਂ ਦਾ ਜਵਾਬ ਮੰਗਿਆ ਗਿਆ। ਦੱਸਣਾ ਬਣਦਾ ਕਿ 29 ਸਾਲ ਪੁਰਾਣੇ ਮਾਮਲੇ ਵਿੱਚ 6 ਮਈ ਨੂੰ ਮੁਹਾਲੀ ਵਿਖੇ ਅਗਵਾ ਕੇਸ ਦਰਜ ਕੀਤਾ ਗਿਆ ਸੀ। ਸੈਣੀ ਉਸ ਸਮੇਂ ਚੰਡੀਗੜ੍ਹ ਦੇ ਐਸਐਸਪੀ ਸੀ। ਇਹ ਇਲਜ਼ਾਮ ਲਾਇਆ ਜਾਂਦਾ ਕਿ ਉਸਨੇ ਉਸਦੇ ਨਿਰਦੇਸ਼ਾਂ ਤੇ ਚੰਡੀਗੜ੍ਹ ਪੁਲਿਸ ਨੇ ਇੱਕ ਵਿਅਕਤੀ ਨੂੰ ਅਗਵਾ ਕਰਕੇ ਉਸ ਨੂੰ ਮਾਰ ਦਿੱਤਾ ਸੀ। ਕਰੀਬ 29 ਸਾਲ ਪੁਰਾਣੇ ਪੁਰਾਣੇ ਕੇਸ 'ਚ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸਮੇਤ ਸਿੰਘ ਸੈਣੀ ਖਿਲਾਫ ਇਹ ਕੇਸ ਦਰਜ ਕੀਤਾ ਗਿਆ। ਦੱਸਦੀ ਹੈ ਕਿ ਸੈਣੀ ਦੇ ਖਿਲਾਫ ਕਾਨੂੰਨ ਦੀ ਧਾਰਾ 364 ਯਾਨੀ ਕਿ ਅਗਵਾ ਜਾਂ ਕਤਲ ਲਈ ਅਗਵਾ ਕਰਨਾ, 201 ਸਬੂਤ ਮਿਟਾਉਣੇ, 344 ਗਲਤ ਕੈਦ, 330 ਸਵੈ ਇੱਛਤ ਤੌਰ ਤੇ ਦੁੱਖ ਪਹੁੰਚਾਉਣਾ ਅਤੇ IPC 120 ਯਾਨੀ ਕਿ ਅਪਰਾਧਿਕ ਸਾਜ਼ਿਸ਼ ਦੇ ਦੋਸ਼ ਦੇ ਤਹਿਤ ਕੇਸ ਦਰਜ ਕੀਤਾ ਗਿਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮਾਮਲਾ 1991 ਦਾ ਹੈ। ਉਸ ਸਮੇਂ ਸਮੇਤ ਸਿੰਘ ਸੈਣੀ ਚੰਡੀਗੜ੍ਹ ਵਿੱਚ ਐਸਐਸਪੀ ਸੀ। ਸੈਣੀ ਤੇ ਉਸ ਸਮੇਂ ਅੱਤਵਾਦੀ ਹਮਲਾ ਹੋਇਆ ਸੀ। ਉਸ ਦੀ ਰੱਖਿਆ ਹੇਠ ਤੈਨਾਤ 4 ਲੋਕ ਇਸ ਵਿੱਚ ਮਾਰੇ ਗਏ ਸਨ। ਇਸ ਦੌਰਾਨ ਮੁਲਤਾਨੀ ਨੂੰ 2 ਪੁਲਿਸ ਅਧਿਕਾਰੀਆਂ ਨੇ ਚੰਡੀਗੜ੍ਹ ਵਿੱਚ ਚੁੱਕ ਲਿਆ ਸੀ। ਮੁਲਤਾਨੀ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਹੋਈ ਸੀ। ਉਸ ਸਮੇਂ ਸੈਣੀ ਚੰਡੀਗੜ੍ਹ ਦੇ ਐਸਐਸਪੀ ਸੀ। ਹਾਲਾਂਕਿ ਪੀੜਤ ਪਰਿਵਾਰ ਨੇ ਇਨਸਾਫ ਪ੍ਰਾਪਤੀ ਲਈ ਵੱਡੇ ਪੱਧਰ ਤੇ ਕਾਨੂੰਨੀ ਚਾਰਾਜੋਈ ਕੀਤੀ ਸੀ, ਪਰ ਉਦੋਂ ਸੈਣੀ ਦੇ ਰੁਤਬੇ ਅੱਗੇ ਕੋਈ ਵਾਹ ਨਾ ਚੱਲੀ। ਮੁਲਤਾਨੀ ਨੂੰ ਅਗਵਾ ਕਰਨ ਦੀ ਸ਼ਿਕਾਇਤ ਉਸਦੇ ਭਰਾ ਨੇ ਦਰਜ ਕਰਵਾਈ ਸੀ। ਇਸ ਮਾਮਲੇ CBI ਨੇ ਸੈਣੀ ਖਿਲਾਫ 2007 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਕਾਰਵਾਈ ਸ਼ੁਰੂ ਕੀਤੀ ਸੀ। ਬਾਅਦ 'ਚ ਇਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ। ਦੱਸਣਾ ਬਣਦਾ ਕਿ ਸੈਣੀ ਲੰਬੇ ਸਮੇਂ ਤੋਂ ਵਿਵਾਦਾਂ 'ਚ ਰਿਹਾ। ਪਿਛਲੀ ਅਕਾਲੀ ਸਰਕਾਰ ਨੇ ਉਹਨਾਂ ਨੂੰ ਆਪਣੇ ਕਾਰਜਕਾਲ ਦੌਰਾਨ DGP ਦੇ ਅਹੁਦੇ ਤੇ ਲਾਇਆ ਵੀ ਤੇ ਬਾਅਦ 'ਚ ਹਟਾ ਦਿੱਤਾ ਸੀ। ਸੋ ਇਸੇ ਤੇ ਚਰਚਾ ਕਰਾਂਗੇ ਸਰਦਾਰ ਬਖਤੌਰ ਸਿੰਘ ਢਿੱਲੋਂ ਨਾਲ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਮੇਤ ਸਿੰਘ ਸੈਣੀ ਸ਼ਾਇਦ ਅੱਜ ਦੀ ਸਥਿਤੀ ਦੇ ਵਿੱਚ ਪੰਜਾਬ ਦਾ ਸਭ ਤੋਂ ਚਰਚਿਤ ਪੁਲਿਸ ਮੁਖੀ, ਸਾਬਕਾ ਪੁਲਿਸ ਮੁਖੀ ਹੋਏਗਾ। ਸ਼ਾਇਦ KPS ਗਿੱਲ ਵੀ ਦੀ ਉਨੀ ਚਰਚਾ ਦੇ ਵਿੱਚ ਰਿਹਾ ਹੋਣਾਗਾ। ਪੰਜਾਬ ਦੀ ਸਥਿਤੀ ਨੂੰ ਲੈ ਕੇ ਚੱਲੀ ਗਈ ਨਹੀਂ, ਖੈਰ ਸਭ ਤੋਂ ਵੱਧ ਚਰਚਾ ਦੇ ਵਿੱਚ ਜੇ ਕੋਈ ਅਫੀਸਰ ਰਿਹਾ ਜੀ ਤਾਂ ਉਹ KPS ਗਿੱਲ ਹੀ ਰਿਹਾ ਜੀ। ਕਾਰਨ 2 ਹੈ ਕਿ KPS ਗਿੱਲ ਨਾ ਸਿਰਫ ਪੰਜਾਬ ਸਗੋਂ ਨੈਸ਼ਨਲ ਲੈਵਲ ਦੇ ਉੱਤੇ ਵੀ ਉਹਦੀ ਇੱਕ ਵੱਖਰੀ ਪਛਾਣ ਸੀ ਜੀ। ਪੰਜਾਬ ਤੋਂ ਪਹਿਲਾਂ ਉਹ ਅਸਾਮ ਦੇ ਵਿੱਚ ਤਾਇਨਾਤ ਹੁੰਦਾ ਸੀ ਤੇ ਅਸਾਮ ਦੇ ਵਿੱਚ ਵੀ ਉਹਨੇ ਜਿਹੜੇ ਅਸਾਮ ਦੇ ਰੈਡੀਕਲ ਧਿਰਾਂ ਜੀ ਉਹਨਾਂ ਨੂੰ ਕਰਵ ਕੀਤਾ ਸੀ ਤੇ ਬਾਅਦ ਦੇ ਵਿੱਚ ਫਿਰ ਉਹ ਪੰਜਾਬ 'ਚ ਆਇਆ। ਪੰਜਾਬ 'ਚ ਆਇਆ ਨਹੀਂ, ਪੰਜਾਬ 'ਚ ਲਿਆਂਦਾ ਗਿਆ ਸੀ ਜੀ, ਕਿਉਂਕਿ ਇੰਡੀਅਨ ਸਟੇਟ ਨੂੰ ਲੋੜ ਸੀ ਇੱਕ ਪਗੜੀ ਧਾਰੀ, ਦੇਖਣ ਨੂੰ ਲੱਗੇ ਪੂਰਾ ਸਿੱਖ, ਦਾੜੀ ਰੱਖੀ ਹੋਵੇ, ਮੁੱਛਾਂ ਚਾੜੀਆਂ ਹੋਣ, ਉਹੇ ਜਿਹੇ ਬੰਦੇ ਦੀ ਲੋੜ ਸੀ। ਇਸ ਕਰਕੇ KPS ਗਿੱਲ ਨੂੰ ਲਿਆਂਦਾ ਗਿਆ ਸੀ। ਸਮੇਤ ਸਿੰਘ ਸੈਣੀ ਤੋਂ ਲੈ ਕੇ ਜੀ ਜਿੰਨੇ ਵੀ DGP ਉਸ ਅਰਸੇ 'ਚ ਰਹੇ, ਇਹ ਤੋਂ ਬਾਅਦ ਆਪਣੇ ਤੋਂ KPS ਗਿੱਲ ਤੋਂ ਜੀ, ਉਹ ਸਾਰੇ ਦੇ ਸਾਰੇ ਹੀ, ਜਾਂ ਆਪਾਂ ਹੁਣ ਵਾਲੇ ਤੱਕ ਦੇਖ ਲਈਏ ਦਿਨਕਰ ਗੁਪਤਾ ਤੱਕ, ਤੇ ਇਹਨਾਂ ਸਾਰਿਆਂ ਨੇ ਹੀ KPS ਗਿੱਲ ਦੀ ਕਮਾਂਡ ਥੱਲੇ ਕੰਮ ਕੀਤਾ ਹੈ। ਇਸ ਕਰਕੇ ਚਰਚਿਤ ਤਾਂ ਸਭ ਤੋਂ ਜ਼ਿਆਦਾ ਉਹੀ ਹੈ ਜੀ, ਕਿਉਂਕਿ ਜੋ ਕੁਝ ਇੰਡੀਅਨ ਸਟੇਟ ਚਾਹੁੰਦੀ ਸੀ ਉਹ KPS ਗਿੱਲ ਉਹਨੂੰ
ਕਰਵਾਉਂਦਾ ਕਰਵਾਉਂਦਾ ਸੀ। ਲਾਗੂ ਕਰਵਾਉਂਦਾ ਸੀ ਔਰ ਇਹ ਉਹਦੀ ਟੀਮ ਹੁੰਦੀ ਸੀ, ਟੀਮ ਦੇ ਮੈਂਬਰ ਸੀ ਜੀ ਜੀ। ਸੋ ਢਿੱਲੋਂ ਸਾਹਿਬ, KPS ਗਿੱਲ ਦੀ ਤਾਂ ਬਾਦਲਾਂ ਨਾਲ ਉਨੀ ਨਜ਼ਦੀਕੀ ਨਹੀਂ ਰਹੀ, ਕਿਉਂਕਿ ਜੇ KPS ਦੇ ਟੀਮ ਦੇ ਕੈਂਪ ਦੀ ਗੱਲ ਕਰੀਏ ਤਾਂ ਉਨੀ ਨਜ਼ਦੀਕੀ ਨਹੀਂ ਸੀ। ਅਖੀਰ ਸੁਮੇਧ ਸਿੰਘ ਸੈਣੀ, ਤੁਹਾਨੂੰ ਯਾਦ ਹੋਵੇਗਾ ਜਦੋਂ ਕੈਪਟਨ ਦੀ ਪਿਛਲੀ ਸਰਕਾਰ ਸੀ ਉਦੋਂ ADGP ਵਿਜੀਲੈਂਸ ਸੀ, ਕਿਵੇਂ ਨਜ਼ਦੀਕ ਆਇਆ ਇਹ ਪਰਿਵਾਰ ਦੇ, ਕਿਵੇਂ ਸਾਰੀਆਂ ਕੁਝ ਗੱਲਾਂ ਹੋਈਆਂ, ਕਿਵੇਂ ਉਹ ਉਹਨਾਂ ਦੇ ਅੱਖਾਂ ਦਾ ਤਾਰਾ ਬਣ ਗਿਆ ਕਿ ਹਰ ਉਸ ਚੀਜ਼ ਦੇ ਉੱਤੇ ਸੁਮੇਧ ਸਿੰਘ ਸੈਣੀ ਤੇ ਵਿਸ਼ਵਾਸ ਕਰਨ ਲੱਗ ਪਏ ਬਾਦਲ ਪਰਿਵਾਰ। ਦੇਖੋ 1982 ਬੈਚ ਦਾ ਆਫੀਸਰ ਹੈ ਸੁਮੇਧ ਸਿੰਘ ਸੈਣੀ ਜੀ। ਹੁਣ ਤਾਂ ਉਹ ਸਾਬਕਾ ਹੋ ਗਿਆ। ਹੂੰ 5 ਫਰਵਰੀ 1990 ਨੂੰ ਉਹਦੀ ਪੋਸਟਿੰਗ ਬਠਿੰਡਾ 'ਚ ਹੁੰਦੀ ਹੈ। ਜੀ। ਬਾਦਲ ਪਰਿਵਾਰ ਦੇ ਨਾਲ ਰਿਸ਼ਤੇ ਵਿਗੜੇ ਤੇ ਬਣੇ, ਜੀ। ਇਹਦੀ ਬੁਨਿਆਦ ਬਠਿੰਡਾ ਤੋਂ ਧਰੀ ਗਈ ਹੈ। ਅੱਛਾ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਕਜ਼ਨ ਹੈ, ਹੂੰ ਉਹ ਚੀਫ ਇੰਜੀਨੀਅਰ ਰਿਟਾਇਰ ਹੋਇਆ। ਜੀ। ਬਲਰਾਜ ਸਿੰਘ ਢਿੱਲੋਂ ਉਹਦਾ ਨਾਮ ਹੈ। ਜੀ। ਚੀਫ ਇੰਜੀਨੀਅਰ ਉਹ ਬਿਜਲੀ ਬੋਰਡ 'ਚੋਂ ਰਿਟਾਇਰ ਹੋਇਆ ਔਰ ਉਸ ਵੇਲੇ ਜਦੋਂ ਸੁਮੇਧ ਸਿੰਘ ਸੈਣੀ ਬਠਿੰਡਾ ਦਾ SSP ਸੀ, ਜੀ। ਢਿੱਲੋਂ ਥਰਮਲ ਪਲਾਂਟ ਦੇ ਵਿੱਚ ਤਾਇਨਾਤ ਸੀ। ਜੀ, ਕਾਫੀ ਸੀਨੀਅਰ ਪੋਸਟ ਤੇ। ਹਾਂ, ਉਹਨਾਂ ਦਿਨਾਂ 'ਚ ਦਰਬਾਰਾ ਸਿੰਘ ਗੁਰੂ ਬਠਿੰਡੇ ਦੇ ਡਿਪਟੀ ਕਮਿਸ਼ਨਰ ਹੁੰਦੇ ਸੀ। ਜੀ। ਡਿਪਟੀ ਕਮਿਸ਼ਨਰ ਨੇ ਆਪਣੇ ਘਰ ਇੱਕ ਪਾਰਟੀ ਰੱਖੀ। ਹੂੰ ਉਸ ਪਾਰਟੀ ਦੇ ਵਿੱਚ ਬਲਰਾਜ ਸਿੰਘ ਢਿੱਲੋਂ ਵੀ ਆਏ ਹੋਏ ਸੀ। ਉੱਥੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਤਕਰਾਰ ਹੋ ਗਿਆ ਤੇ ਫਿਰ ਬਲਰਾਜ ਸਿੰਘ ਢਿੱਲੋਂ ਨੂੰ ਇੰਨਾ ਜ਼ਿਆਦਾ ਜਲੀਲ ਕੀਤਾ ਸੁਮੇਧ ਸਿੰਘ ਸੈਣੀ ਨੇ ਜੀ। ਕਿ ਰਹੇ ਰੱਬ ਦਾ ਨਾਂ। ਜ਼ਲਾਲਤ ਇੰਨੀ ਵੱਧ ਗਈ ਕਿ ਉਹਨੂੰ ਇੱਥੋਂ ਛੱਡ ਕੇ ਪਟਿਆਲੇ ਜਾਣਾ ਪਿਆ ਬਾਜਾਖਾਨਾ ਵਿੱਚ ਦੀ। ਜੀ। ਪਟਿਆਲੇ ਜਾ ਕੇ ਬਿਜਲੀ ਬੋਰਡ ਦੀ ਜਿਹੜੀ ਇੰਜੀਨੀਅਰ ਐਸੋਸੀਏਸ਼ਨ ਸੀ ਉੱਥੇ ਗੱਲ ਕੀਤੀ। ਉਹਨਾਂ ਨੇ ਇੱਕ ਰੈਜੂਲੇਸ਼ਨ ਪਾਸ ਕੀਤਾ, ਅਖਬਾਰਾਂ 'ਚ ਖਬਰਾਂ ਲੱਗੀਆਂ ਤੇ ਹਾਹਾਕਾਰ ਮਚੀ। ਉਦੋਂ ਪੰਜਾਬੀ ਟ੍ਰਿਬਿਊਨ ਤੇ ਅੰਗਰੇਜ਼ੀ ਟ੍ਰਿਬਿਊਨ ਦਾ ਹੈਡਿੰਗ ਇਹ ਸੀ ਜੀ ਕਿ ਜਦੋਂ SSP ਨੇ DC ਦੀ ਰਿਹਾਇਸ਼ ਨੂੰ ਪੁਲਿਸ ਛਾਉਣੀ 'ਚ ਤਬਦੀਲ ਕੀਤਾ। ਇਹ ਉਸ ਵੇਲੇ ਦੀ ਗੱਲ ਹੈ। ਲੇਕਿਨ ਉਹੀ ਟਾਈਮ ਸੀ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ ਦੇ ਮੈਂਬਰ ਹੁੰਦੇ ਸੀ। 1999 'ਚ ਬਣ ਗਏ ਸੀ। ਅਕਾਲੀ ਦਲ ਦਾ ਇੱਕ ਵੀ ਪਾਰਲੀਮੈਂਟ ਦਾ ਮੈਂਬਰ ਨਹੀਂ ਬਣਿਆ ਸੀ। ਬਠਿੰਡਾ ਤੋਂ ਹੁੰਦੇ ਸੀ ਬਾਬਾ ਸੁੱਚਾ ਸਿੰਘ ਮਲੋਆ। ਜੀ। ਇਹ ਉਹੀ ਸੁੱਚਾ ਸਿੰਘ ਮਲੋਆ ਹੈ ਜਿਹੜੇ ਇੰਦਰਾ ਗਾਂਧੀ ਦੇ ਕਤਲ ਕੇਸ ਦੇ ਵਿੱਚ ਮੌਕੇ ਤੇ ਮਾਰੇ ਗਏ ਸੀ। ਬੇਅੰਤ ਸਿੰਘ ਉਹਨਾਂ ਦੇ ਫਾਦਰ ਸੀ। ਜੀ। ਉਹਨਾਂ ਨੂੰ ਟਿਕਟ ਬਠਿੰਡਾ ਤੋਂ ਦਿੱਤੀ ਸੀਗੀ ਰੈਡੀਕਲ ਧਿਰਾਂ ਨੇ ਤੇ ਉਹ ਇੱਥੋਂ MP ਬਣ ਗਏ ਸੀ। ਸਰਦਾਰ ਸਿਮਰਜੀਤ ਸਿੰਘ ਮਾਨ ਜੇਲ੍ਹ ਦੇ ਵਿੱਚ ਬੈਠੇ ਸੀ ਔਰ ਇਹ MP ਬਣਦੇ ਹੈ ਤਰਨਤਾਰਨ ਤੋਂ। ਜੀ। ਬਠਿੰਡੇ ਜ਼ਿਲ੍ਹੇ ਦਾ ਅਕਾਲੀ ਦਲ ਅੰਮ੍ਰਿਤਸਰ ਦਾ ਜਾਂ ਆਪਾਂ ਕਹਿ ਦਈਏ ਮਾਨ ਸਾਹਿਬ ਦਾ ਇਹਨਾਂ ਦਾ ਪ੍ਰਧਾਨ ਹੁੰਦਾ ਸੀ ਜਥੇਦਾਰ ਲੱਖਾ ਸਿੰਘ ਜੀ ਪੁੱਚੋ ਵਾਲਾ। ਉਹਨਾਂ ਦੇ ਘਰ ਰੇਡ ਹੋਈ ਤਾਂ ਉਹਨਾਂ ਦੇ ਸਰਹਾਣੇ ਦੇ ਵਿੱਚੋਂ ਕੁਝ ਪੈਸੇ ਮਿਲ ਗਏ ਤੇ ਇੱਕ ਕੋਈ ਵੈਪਨ ਮਿਲ ਗਿਆ। ਉਹਨਾਂ ਦੇ ਖਿਲਾਫ ਕੇਸ ਰਜਿਸਟਰ ਹੋ ਗਿਆ। ਜੀ। ਮਾਨ ਸਾਹਿਬ ਬਠਿੰਡੇ ਆਏ ਹੋਏ ਸੀ। ਹਾਜੀ ਰਤਨ ਗੁਰਦੁਆਰੇ ਦੇ ਵਿੱਚ ਇੱਕ ਮੀਟਿੰਗ ਸੀ ਤੇ ਮੀਟਿੰਗ ਦੇ ਵਿੱਚ ਜਥੇਦਾਰ ਲੱਖਾ ਸਿੰਘ ਦੀ ਗ੍ਰਿਫਤਾਰੀ ਦਾ ਮਾਮਲਾ ਉੱਠਿਆ। ਜੀ। ਮਾਨ ਸਾਹਿਬ ਉਸੇ ਹਾਜੀ ਰਤਨ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਾਬਾ ਸੁੱਚਾ ਸਿੰਘ ਮਲੋਆ ਵੀ ਨਾਲ ਸੀ, ਆਪਣੇ ਸਮਰਥਕਾਂ ਨੂੰ ਲੈ ਕੇ ਸਿੱਧੇ SSP ਦੀ ਕੋਠੀ ਨੂੰ ਆ ਗਏ। ਜੀ। ਉਹਨਾਂ ਦਿਨਾਂ 'ਚ ਗਵਰਨਰ ਹੁੰਦਾ ਸੀ ਨਿਰਮਲ ਕੁਮਾਰ ਮੁਖਰਜੀ। ਜੀ। ਨਿਰਮਲ ਕੁਮਾਰ ਮੁਖਰਜੀ ਬਠਿੰਡਾ ਤੇ ਮਾਨਸਾ ਦੇ ਦੌਰੇ ਤੇ ਆਇਆ ਸੀ। ਬਠਿੰਡਾ ਉਹ ਇੱਕ ਦਿਨ ਪਹਿਲਾਂ ਆ ਗਿਆ ਸੀ ਤੇ ਉਸ ਦਿਨ ਜੀ ਉਹ ਮਾਨਸਾ ਦੇ ਦੌਰੇ ਤੇ ਗਿਆ ਹੋਇਆ ਸੀ। ਸੈਣੀ ਉੱਥੇ ਗਿਆ ਹੋਇਆ ਸੀ ਤੇ ਉਹਦੇ ਆਉਣ ਤੋਂ ਪਹਿਲਾਂ ਇਹਨਾਂ ਨੇ ਸੈਣੀ ਦੀ ਕੋਠੀ ਦੇ ਮੂਹਰੇ ਧਰਨਾ ਮਾਰ ਲਿਆ, ਜਿਹੜੀ SSP ਦੀ ਸਰਕਾਰੀ ਰਿਹਾਇਸ਼ ਹੈ। ਜੀ। ਤੇ ਫਿਰ ਪੁਲਿਸ ਐਕਸ਼ਨ ਹੋਇਆ। ਨੂੰ ਲੋੜ ਹੈ ਪ੍ਰਕਾਸ਼ ਸਿੰਘ ਬਾਦਲ ਵਰਗੇ ਬੰਦੇ ਦੀ, ਜੀ ਜਿਹੜਾ ਸਾਡੇ ਕੰਮ ਆ ਸਕਦਾ ਹੈ। ਇੱਥੇ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿਹੜਾ ਭਾਰਤ ਸਰਕਾਰ ਨੇ ਵਾਈਟ ਪੇਪਰ ਜਾਰੀ ਕੀਤਾ ਸੀ, ਜੀ ਉਸ ਵਾਈਟ ਪੇਪਰ ਦੇ ਵਿੱਚ ਕਿੰਨਾ ਲੋਕਾਂ ਦੇ ਨਾਲ ਕੀ ਮੀਟਿੰਗਾਂ ਹੋਈਆਂ ਭਾਰਤ ਸਰਕਾਰ ਦੀਆਂ, ਜੀ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਸ ਵਾਈਟ ਪੇਪਰ ਦੇ ਵਿੱਚ ਲਿਖੀਆਂ। ਤੇ ਅੱਜ ਤੱਕ ਜੀ ਅਕਾਲੀ ਦਲ ਦੇ ਕਿਸੇ ਵੀ ਲੀਡਰ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਤੋਂ ਲੈ ਕੇ ਜੀ ਹੁਣ ਤੱਕ ਜਿੰਦਾ ਬੈਠੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਕਿਸੇ ਨੇ ਵੀ ਉਹਦਾ ਖੰਡਨ ਨਹੀਂ ਕੀਤਾ। ਜੀ ਉਹਦਾ ਖੰਡਨ ਨਹੀਂ ਕੀਤਾ ਤਾਂ ਇਹਦਾ ਮਤਲਬ ਹੈ ਕਿ ਉਹ ਗੱਲਾਂ ਬਾਤਾਂ ਹੋਈਆਂ ਸੀ। ਜੀ ਉਸ ਵੇਲੇ ਵੀ ਜਿਹੜੀ ਆਪਰੇਸ਼ਨ ਬਲੂ ਸਟਾਰ ਹੋਇਆ, ਉਸ ਆਪਰੇਸ਼ਨ ਬਲੂ ਸਟਾਰ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਵਾਨਗੀ ਸੀ, ਜਿਹੜਾ
ਅਸਲ ਅਕਾਲੀ ਦਲ ਜਿਹਨੂੰ ਅਸੀਂ ਕਹਿ ਸਕਦੇ ਹਾਂ, ਜਿਹੜਾ ਪ੍ਰਚਲਿਤ ਅਕਾਲੀ ਦਲ ਸੀ, ਜੀ ਉਸ ਅਕਾਲੀ ਦਲ ਨੇ ਉਹਦੀ ਪ੍ਰਵਾਨਗੀ ਦਿੱਤੀ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਤਾਂ ਉਹ ਚਿੱਠੀ ਵੀ ਹੈਗੀ ਹੈ, ਜਿਹੜੀ ਚਿੱਠੀ ਦੇ ਰਾਹੀਂ ਇੰਦਰਾ ਗਾਂਧੀ ਦੇ ਜਿਹੜਾ ਸੀ ਪੋਲੀਟੀਕਲ ਸੈਕਟਰੀ ਲਾ ਲਓ ਜਾਂ ਤਾਂ ਸਰਵਾ ਸੀ ਮਿਸਟਰ ਆਰ ਕੇ ਧਵਨ, ਜੀ ਬਿਲਕੁਲ, ਹਾਂਜੀ ਆਰ ਕੇ ਧਵਨ ਨੂੰ ਇਹ ਗੱਲ ਕਹੀ ਗਈ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਵੇਂ ਤੁਹਾਨੂੰ ਦੱਸ ਕੇ ਗਏ ਹੈ ਤੇ ਬਹੁਤ ਬੁਰੀ ਹਾਲਤ ਹੈ, ਸੰਤ ਹਰ ਔਰ ਉਹ ਤੋਂ ਬਾਅਦ ਫਿਰ ਤੁਹਾਨੂੰ ਪਤਾ ਵੀ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ। ਜੀ ਸੋ ਇੰਡੀਅਨ ਸਟੇਟ ਨੂੰ ਇਸ ਗੱਲ ਦਾ ਪਤਾ ਸੀ ਕਿ ਸਿਮਰਜੀਤ ਸਿੰਘ ਮਾਨ ਦੇ ਨਾਲੋਂ ਸਾਡੇ ਲਈ ਜ਼ਿਆਦਾ ਕੰਮ ਦੀ ਚੀਜ਼ ਪ੍ਰਕਾਸ਼ ਸਿੰਘ ਬਾਦਲ ਹੈ। ਜੀ ਸੋ ਇੰਡੀਅਨ ਸਟੇਟ ਇਹ ਚਾਹੁੰਦੀ ਸੀਗੀ ਕਿ ਸਿਮਰਜੀਤ ਸਿੰਘ ਮਾਨ ਪੰਜਾਬ ਦਾ ਮੁੱਖ ਮੰਤਰੀ ਨਾ ਬਣੇ। ਪੰਜਾਬ ਦਾ ਮੁੱਖ ਮੰਤਰੀ ਕਿਹਨੇ ਬਣਨੇ ਤੇ ਕਿਹਨੇ ਨਹੀਂ ਬਣਨਾ, ਇਹਦਾ ਫੈਸਲਾ 13 ਅਪ੍ਰੈਲ 1990 ਨੂੰ ਹੋਣਾ ਸੀ ਤਲਵੰਡੀ ਸਾਬੋ, ਕਿ ਜਿਸ ਧਿਰ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਆਪਣਾ ਜਿਹੜੀ ਕਾਨਫਰੰਸ ਹੈ, ਜੀ ਜਿਹੜੀ ਧਿਰ ਉੱਥੇ ਕਾਬਜ ਹੋਗੀ, ਅਸਲ ਅਕਾਲੀ ਦਲ ਉਹ ਮੰਨਿਆ ਜਾਊਗਾ, ਦੂਜਾ ਨਹੀਂ ਮੰਨਿਆ ਜਾਊਗਾ। ਹਾਲਾਂਕਿ ਮਾਨ ਸਾਹਿਬ ਦੀ ਪਾਰਟੀ ਜਾਂ ਮਾਨ ਸਾਹਿਬ ਦੇ ਜਿਹੜੇ ਸਾਥੀ ਸੀ, ਜੀ ਉਹਨਾਂ ਨੂੰ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡਾ ਸਮਰਥਨ ਮਿਲਿਆ ਸੀ ਤੇ ਅਕਾਲੀ ਦਲ ਬਾਦਲ ਪੂੰਝਿਆ ਗਿਆ ਸੀ। ਇਹਦੇ ਬਾਵਜੂਦ ਹੁਣ ਸਟੇਟ ਦੇਖੋ ਕਿਵੇਂ ਬੰਦਿਆਂ ਨੂੰ ਕੱਢਦੀ ਹੈ। ਸੁਮੇਧ ਸਿੰਘ ਸੈਣੀ, ਕਿਉਂਕਿ ਉਹ ਇੰਡੀਅਨ ਸਟੇਟ ਦਾ ਇੱਕ ਪੁਰਜਾ ਹੈ, ਜੀ ਐਸਐਸਪੀ ਭਾਵੇਂ ਲੱਗਿਆ ਸੀ, ਬਹੁਤ ਛੋਟਾ ਪੁਰਜਾ ਸੀ। ਛੋਟੇ ਪੁਰਜੇ ਨੂੰ ਸਟੇਟ ਦਾ ਹੁਕਮ ਆਇਆ ਕਿ ਚੰਦਰ ਸ਼ੇਖਰ ਜੋ ਮਰਜ਼ੀ ਹੈ ਕਹਿੰਦਾ ਰਵੇ, ਪ੍ਰਕਾਸ਼ ਸਿੰਘ ਬਾਦਲ ਨੂੰ ਆਪਾਂ ਸਥਾਪਿਤ ਕਰਨਾ ਹੈ ਕਿ ਅਸਲ ਸਿੱਖ ਲੀਡਰ ਇਹ ਹੈ। ਤਾਂ ਇਹਦੇ ਵਾਸਤੇ ਸੁਮੇਧ ਸਿੰਘ ਸੈਣੀ ਨੇ ਫਿਰ ਸਿੱਧਾ ਤਾਲਮੇਲ ਕਿਹਦੇ ਨਾਲ ਕੀਤਾ? ਜੀ ਉਹ ਤਾਲਮੇਲ ਕੀਤਾ ਬਲਵਿੰਦਰ ਸਿੰਘ ਭੂੰਦੜ ਨਾਲ, ਕਿਉਂਕਿ ਮਾਨਸਾ ਜ਼ਿਲ੍ਹਾ ਉਹ ਤੋਂ ਬਾਅਦ ਬਣਦਾ ਹੈ। ਉਦੋਂ ਇੱਕੋ ਹੀ ਜ਼ਿਲ੍ਹਾ ਸੀ। ਭੂੰਦੜ ਇੱਥੇ ਅਕਾਲੀ ਦਲ ਦਾ ਸਰਵਾ ਸੀ। ਉਹਨੂੰ ਬੁਲਾਇਆ ਤੇ ਉਹਨੂੰ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਜੀ ਤੇ ਤੁਹਾਡਾ ਅਸੀਂ ਕਬਜ਼ਾ ਕਰਵਾਉਣੇ, ਮੈਂ ਤੁਹਾਡੇ ਨਾਲ ਆ, ਪੁਲਿਸ ਤੁਹਾਡੇ ਨਾਲ ਹੈ, ਕੌਣ ਕੀ ਕਰੂਗਾ? ਬਾਦਲ ਸਾਹਿਬ ਉਹ ਤੋਂ ਬਹੁਤ ਡਰੇ ਹੋਏ ਸੀ, ਕਮਜ਼ੋਰ ਬਹੁਤ ਸੀ। ਅਕਾਲੀ ਦਲ ਦਾ ਕੋਈ ਨਾਂ ਥਾ ਹੀ ਨਹੀਂ ਸੀ। ਜੀ ਬਾਦਲ ਸਾਹਿਬ ਨੂੰ ਭੂੰਦੜ ਸਾਹਿਬ ਨੇ ਕਿਹਾ, ਜਿਹੜੀਆਂ ਮੇਰੇ ਕੋਲੇ ਇਹ ਅਨਲਿਖਤ ਇਤਿਹਾਸ ਜਿਹੜਾ ਹੁੰਦਾ ਕਾਗਜ਼ਾਂ ਅੰਦਰਲਾ ਇਤਿਹਾਸ ਹੁੰਦਾ ਜਿਹੜਾ। ਬਾਦਲ ਸਾਹਿਬ ਨੂੰ ਜਦੋਂ ਭੂੰਦੜ ਸਾਹਿਬ ਨੇ ਕਿਹਾ ਤੇ ਉਹ ਕਹਿੰਦਾ ਕਾਕਾ ਜੀ ਕਾਹਨੂੰ ਇੱਥੇ ਬੰਦੇ ਮਰ ਜਾਣਗੇ, ਫਲਾਣਾ ਮਰ ਜਾਣਗੇ। ਉਹ ਕਹਿੰਦੇ ਜੀ ਨਹੀਂ, ਤੇ ਇਹ ਆਪਾਂ ਨੂੰ ਕਰ ਲੈਣਾ ਚਾਹੀਦਾ ਹੈ, ਕਿਉਂਕਿ ਜਦੋਂ ਐਸਐਸਪੀ ਨੇ ਹੁਕਮ ਪ੍ਰਤੀ ਤੇ ਸਾਰਾ ਕੁਝ ਹੋਊਗਾ। ਫਿਰ ਹੋਇਆ ਕੀ ਕਿ ਜਿਹੜੇ ਗੁਰਸਿੱਖ ਪੁਲਿਸ ਵਾਲੇ ਸੀ ਜੀ, ਉਹਨਾਂ ਦੇ ਨੀਲੀਆਂ ਪੱਗਾਂ ਬਣਵਾਈਆਂ ਗਈਆਂ, ਉਹਨਾਂ ਦੇ ਗਾਤਰੇ ਪਾਏ ਗਏ, ਉਹਨਾਂ ਦੇ ਹੱਥਾਂ ਦੇ ਵਿੱਚ ਅਸਾਲਟਾਂ ਤੇ SLRਾਂ ਦਿੱਤੀਆਂ ਗਈਆਂ ਜੀ, ਔਰ ਉਹ ਬੰਦੇ ਭੇਜੇ ਗਏ ਉੱਥੇ ਅਕਾਲੀ ਬਣਾ ਕੇ ਜੀ। ਔਰ ਉਹਨਾਂ ਬੰਦਿਆਂ ਨੇ ਜਾ ਕੇ ਉੱਥੇ ਅਕਾਲ ਤਖਤ ਸਾਹਿਬ ਦੇ ਜਿਹੜਾ ਆਪਣਾ ਤਖਤ ਸ੍ਰੀ ਦਮਦਮਾ ਸਾਹਿਬ ਹੈ, ਉੱਥੋਂ ਦੀ ਕਾਨਫਰੰਸ ਹੈ ਜਿਹੜੀ ਉੱਥੇ ਕਬਜ਼ਾ ਕੀਤਾ ਬਾਦਲ ਦਲ ਦਾ। ਜੀ ਅਸਲ ਦੇ ਵਿੱਚ ਨੇੜਤਾ ਉੱਥੋਂ ਬਣੀ, ਉੱਥੋਂ ਨੇੜਤਾ ਸ਼ੁਰੂ ਹੁੰਦੀ ਹੈ। ਤਾਂ ਇਹ ਕਹਿੰਦੇ ਹੁੰਦੇ ਸੀ ਨਾ ਵੀ ਦੋ ਬੰਦੇ ਜਿਹੜੇ ਹੈਗੇ ਆ ਅਕਾਲੀ ਦਲ ਦੇ ਵਿੱਚ, ਸੁਮੇਧ ਸਿੰਘ ਸੈਣੀ ਦੇ ਬੜੇ ਤਕੜੇ ਵਕੀਲ ਹੈ। ਹਾਂ, ਉਹ ਇਹ ਸਾਰੀ ਦੀ ਸਾਰੀ ਕਹਾਣੀ ਬਣਦੀ ਹੈ। ਇਹਦੇ ਵਿੱਚ ਗੁਰਦਾਸ ਸਿੰਘ ਬਾਦਲ ਦੀ ਵੀ ਇਨਵੋਲਵਮੈਂਟ ਸੀ ਜੀ, ਕਿਉਂਕਿ ਗੁਰਦਾਸ ਸਿੰਘ ਬਾਦਲ ਨੂੰ ਹੀ ਜਾ ਕੇ ਸਭ ਤੋਂ ਪਹਿਲਾਂ ਕਨਵਿੰਸ ਕੀਤਾ ਸੀ ਬਲਵਿੰਦਰ ਸਿੰਘ ਭੂੰਦੜ। ਗੁਰਦਾਸ ਸਿੰਘ ਬਾਦਲ ਅਸਲ ਦੇ ਵਿੱਚ ਜੇ ਆਪਾਂ ਸਹੀਏ ਤਾਂ ਜਿਹੜੀ ਆਪਰੇਸ਼ਨਲ ਵਿੰਗ ਹੈ ਕਿ ਕਿੱਥੇ ਕੀ ਕਰਨਾ ਕੀ ਨਹੀਂ ਕਰਨਾ, ਪ੍ਰਕਾਸ਼ ਸਿੰਘ ਬਾਦਲ ਦੇ ਆਪਰੇਸ਼ਨਲ ਵਿੰਗ ਦਾ ਮੁਖੀਆ ਉਹ ਸੀ। ਅੱਛਾ ਜੀ। ਐਸਐਸਪੀ ਕਿਹਨੂੰ ਲਾਉਣਾ, DGP ਕਿਹਨੂੰ ਲਾਉਣਾ, ਇਹ ਫੈਸਲਾ ਪ੍ਰਕਾਸ਼ ਸਿੰਘ ਬਾਦਲ ਨਹੀਂ ਸੀ ਕਰਦਾ ਹੁੰਦਾ, ਇਹ ਗੁਰਦਾਸ ਸਿੰਘ ਬਾਦਲ ਕਰਦਾ ਹੁੰਦਾ ਸੀ ਜੀ। ਇਹੀ ਕਾਰਨ ਹੈ ਕਿ ਹੁਣ ਗੁਰਦਾਸ ਸਿੰਘ ਬਾਦਲ ਦਾ ਬੇਟਾ ਮਨਪ੍ਰੀਤ ਸਿੰਘ ਬਾਦਲ ਜਦੋਂ ਆਪਣੇ ਤਾਏ ਦੇ ਪੁੱਤ ਭਰਾ ਤੇ ਭਰਜਾਈ ਦੇ ਖਿਲਾਫ ਪੂਰਾ ਡਟ ਕੇ ਖਲੋਤਾ ਵੇ ਜੀ, ਗੁਰਦਾਸ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦਾ ਸਨੇਹ ਹੈ, ਜਿਹੜਾ ਮੋਹ ਹੈ, ਉਹਨਾਂ ਦਾ ਬਿਲਕੁਲ ਨਹੀਂ ਘਟਿਆ, ਉਹ ਉੱਥੇ ਦਾ ਉੱਥੇ ਹੀ ਹੈ। ਸੋ ਇੱਥੋਂ ਗੱਲ ਸ਼ੁਰੂ ਹੁੰਦੀ ਹੈ ਜੀ। ਸੁਮੇਧ ਸਿੰਘ ਸੈਣੀ ਥੋੜੇ ਸਮੇਂ ਬਾਅਦ ਇੱਥੋਂ ਬਦਲ ਗਿਆ। ਉਹ ਤੋਂ ਬਾਅਦ ਚੋਣਾਂ ਹੁੰਦੀਆਂ ਜੀ, 1992 ਵਾਲੀਆਂ 91 ਵਾਲੀਆਂ ਚੋਣਾਂ ਹੁੰਦੀਆਂ ਜੀ ਜੀ। 91 ਵਾਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਇਆ। ਅਕਾਲੀ ਦਲ ਦੇ ਬਹੁਤ ਸਾਰੇ ਕੈਂਡੀਡੇਟ ਮਾਰੇ ਗਏ। ਉਹਨਾਂ ਚੋਣਾਂ ਦੇ ਵਿੱਚ ਵੀ ਸਿਮਰਜੀਤ ਸਿੰਘ ਮਾਨ ਜਿੱਤਦਾ ਸੀ। ਅੱਛਾ ਜੀ। ਲੇਕਿਨ ਇੰਡੀਅਨ ਸਟੇਟ ਨਹੀਂ ਸੀ ਚਾਹੁੰਦੀ। ਐਨ ਜਿੱਦੇ ਸਵੇਰੇ ਵੋਟਾਂ ਪੈਣੀਆਂ ਸੀ, ਪੋਲਿੰਗ ਪਾਰਟੀਆਂ ਪਹੁੰਚ ਗਈਆਂ ਸੀਗੀਆਂ, ਉਹ ਨਾਲ ਦੀ ਨਾਲ ਹੀ ਜਿਹੜੀਆਂ ਕੈਂਸਲ ਕਰਵਾਤੀਆਂ ਸੀ। ਫਿਰ 92 ਚੋਣਾਂ ਹੁੰਦੀਆਂ, ਅਕਾਲੀ ਦਲ ਨੇ ਬਾਈਕਾਟ ਕੀਤਾ, ਸਿਮਰਜੀਤ ਸਿੰਘ ਮਾਨ ਤੋਂ ਵੀ ਬਾਈਕਾਟ ਕਰਵਾਇਆ। ਨਤੀਜਾ ਕੀ ਹੋ ਗਿਆ ਕਿ ਬੇਅੰਤ ਸਿੰਘ ਦੀ ਸਰਕਾਰ ਬਣ ਗਈ। ਉਹ ਸਰਕਾਰ ਨੂੰ 10% ਵੋਟਾਂ ਪਈਆਂ ਸੀ, ਔਰ ਉਹ 10% ਵਾਲੀ ਵੋਟਾਂ ਵਾਲੀ ਸਰਕਾਰ ਜਿਹੜੀ ਹੈਗੀ 5 ਸਾਲ ਚੱਲੀ। ਤੇ 5 ਸਾਲ ਤੋਂ ਜਿਹੜਾ ਇਹ 5 ਸਾਲ ਦਾ ਸਮਾਂ ਸੀ ਜੀ, ਇਸ 5 ਸਾਲ ਦੇ ਸਮੇਂ ਦੇ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਪੂਰੀ ਤਰ੍ਹਾਂ ਉਖੇੜਤਾ। ਉਹਦੇ
ਜੜਾਂ ਥੱਲੇ ਪਾਣੀ ਐਨ ਕੱਢਤਾ ਸਾਰਾ ਕੁਝ ਫਿਰ ਤਾਂ ਪ੍ਰਕਾਸ਼ ਸਿੰਘ ਮਿੱਟੀ ਬਾਦਲ ਕੱਢਤੀ ਉਹ- ਵਿੱਚੋਂ। ਕਿਉਂਕਿ ਉਹ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਫੇਰੀ ਗੱਲ, ਉਹ ਸਾਰੇ ਦਾ ਸਾਰਾ ਇੰਡੀਅਨ ਸਟੇਟ ਪ੍ਰਕਾਸ਼ ਸਿੰਘ ਬਾਦਲ ਨੂੰ ਬਿਲਡ ਕਰ ਰਿਹਾ ਬਿਲਡ ਕਰ ਰਿਹਾ ਸੀ। ਉਹ ਬਿਲਡ ਕਰ ਰਹੀ ਸੀ ਤੇ ਉਹ ਬਿਲਡ ਕਰਨ ਦੀ ਵਜ੍ਹਾ ਕਾਰਨ ਉਹਨਾਂ ਨੇ ਉਹ ਸਾਰਾ ਕੁਝ ਕੀਤਾ ਤੇ ਉਹਦਾ ਨਤੀਜਾ ਹੋਇਆ ਕਿ 1997 ਦੇ ਵਿੱਚ ਜਿਹੜੀ ਚੋਣ ਹੁੰਦੀ ਹੈ ਪ੍ਰਕਾਸ਼ ਸਿੰਘ ਬਾਦਲ ਉਹਦੇ ਚ ਗੱਜ ਵੱਜ ਕੇ ਜਿੱਦ ਹੈ। ਜਿੱਤ ਹੈ ਤੇ ਸਰਕਾਰ ਉਹਦੀ ਬਣਦੀ ਹੈ। ਉੱਥੋਂ ਇਹਨਾਂ ਦੀ ਇਹ ਨੇੜਤਾ ਬਣਦੀ ਹੈ। ਉੱਥੇ ਪ੍ਰਕਾਸ਼ ਸਿੰਘ ਬਾਦਲ ਨੇ ਦੇਖਿਆ ਕਿ ਆਹ ਬੰਦਾ ਸਾਡੇ ਕੰਮ ਦੀ ਚੀਜ਼ ਹੈ, ਸੁਮੇਧ ਸਿੰਘ ਸੈਣੀ ਉਸ ਵੇਲੇ ਤੱਕ ਤਾਂ ਸੁਖਬੀਰ ਸਿੰਘ ਬਾਦਲ ਤਾਂ ਹੈ ਹੀ ਹੈ ਹੀ ਨਹੀਂ ਸੀ, ਕਿਸੇ ਕਾਗਜ਼ਾਂ 'ਚ ਹੀ ਹੈ ਨਹੀਂ ਸੀ। ਨਕਸ਼ੇ ਤੇ ਹੈ ਨਹੀਂ ਸੀਗਾ। ਫਿਰ ਤੁਸੀਂ ਦੇਖੋ ਕਿ ਸੁਮੇਧ ਸਿੰਘ ਸੈਣੀ ਜਿਹੜਾ ਹੈਗਾ ਉਹਨੇ ਕਿਹਦੇ ਵਾਸਤੇ ਕੰਮ ਕਰਨਾ, ਕਿਹਦੇ ਵਾਸਤੇ ਨਹੀਂ। ਹਰ ਮੁੱਖ ਮੰਤਰੀ ਵਾਸਤੇ ਬੰਦਾ ਕੰਮ ਕਰਦਾ ਹੈ। ਕੰਮ ਕਰਦਾ ਬਿਲਕੁਲ। 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ। ਉਸ ਵੇਲੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀਆਂ ਪ੍ਰਾਪਤੀਆਂ, ਉਹਨਾਂ ਪ੍ਰਾਪਤੀਆਂ ਦੇ ਵਿੱਚੋਂ ਇੱਕ ਪ੍ਰਾਪਤੀ ਹੈਗੀ ਆ ਰਵੀ ਸਿੱਧੂ ਨੂੰ ਗ੍ਰਿਫਤਾਰ ਕਰਨਾ। ਜੀ, ਰਵੀ ਸਿੱਧੂ ਦੀ ਜੋ ਗ੍ਰਿਫਤਾਰੀ ਹੁੰਦੀ ਹੈ, ਗ੍ਰਿਫਤਾਰੀ ਹੋਣ ਤੋਂ ਬਾਅਦ ਉਹਦੇ ਨੋਟਾਂ ਦੇ ਥੱਦੇ ਕਿਵੇਂ ਆਉਂਦੇ, ਐਂ ਦੇਖਦੇ ਜਿਵੇਂ ਤੂੜੀ ਵਾਲੀ ਆਪਣੀ ਟਰਾਲੀ ਦਾ ਭੁੰਗ ਖੋਲੀ ਹਾਂ, ਇਹ ਸਾਰਾ ਕੁਝ ਆਉਂਦਾ। ਉਹ ਆਪਰੇਸ਼ਨ ਵੀ ਸੁਮੇਧ ਸਿੰਘ ਸੈਣੀ ਨੇ ਕੀਤਾ ਸੀ, ਕਿਉਂਕਿ ਉਸ ਵੇਲੇ ਸੁਮੇਧ ਸਿੰਘ ਸੈਣੀ ਆਈਜੀ ਇੰਟੈਲੀਜੈਂਸ ਸੀ। ਅੱਛਾ ਜੀ। ਤੇ ਮਿਸਟਰ ਭਟਨਾਗਰ ਜਿਹੜਾ ਉਹ ਏਡੀਜੀਪੀ ਇੰਟੈਲੀਜੈਂਸ ਸੀ। ਇਹ ਇੱਕ ਬਦਕਿਸਮਤੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਬੱਲੇ ਬੱਲੇ ਹੋਈ ਸੀ, ਉੱਥੇ ਕਿਸੇ ਗੱਲ ਤੋਂ ਆ ਕੇ ਕੈਪਟਨ ਅਮਰਿੰਦਰ ਸਿੰਘ ਉਸੇ ਤਫਤੀਸ਼ ਦੇ ਵਿੱਚ ਜੀ ਕੈਪਟਨ ਅਮਰਿੰਦਰ ਸਿੰਘ ਦੇ ਅਹਿਲਕਾਰ ਤੇ ਜਿਹੜਾ ਹੈਗਾ ਸੁਮੇਧ ਸਿੰਘ ਸੈਣੀ ਤੇ ਆਪਸੇ ਟਕਰਾਅ ਭਟਨਾਗਰ, ਇਹਨਾਂ ਦਾ ਸਿੱਧਾ ਟਕਰਾਅ ਹੋ ਗਿਆ। ਉਸ ਟਕਰਾਅ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਚੱਕ ਕੇ ਤੇ ਸੈਣੀ ਨੂੰ ਪਾਸੇ ਕਰਤਾ। ਨੋਟਾਂ ਨਾਟਾਂ ਦਾ ਹੀ ਰੌਲਾ ਸੀ ਜਿਹੜਾ ਚਲੋ ਹਾਂ, ਜੋ ਵੀ ਭਟਨਾਗਰ ਨੂੰ ਵੀ ਪਾਸੇ ਕਰਤਾ, ਉਹਨਾਂ ਦੀ ਥਾਂ ਤੇ ਨਵੇਂ ਆ ਗਏ। ਫਿਰ ਨਾਲ ਦੀ ਨਾਲ ਹੀ ਕਿਉਂਕਿ ਸਾਂਝਾਂ ਦਾ ਪੁਰਾਣੀਆਂ ਸੀ, ਬਿਲਕੁਲ ਫਿਰ ਤਾਰਾਂ ਜੁੜ ਗਈਆਂ ਦੁਬਾਰਾ। ਜੁੜਦੀਆਂ ਤਾਂ ਉਹਦੀਆਂ ਜੋ ਪੜਾਕੇ ਪੈਂਦੇ। ਹਾਂ, ਦੁਬਾਰਾ ਤਾਰਾਂ ਜੁੜਦੀਆਂ। 2007 ਦੀ ਇਲੈਕਸ਼ਨ ਹੁੰਦੀ ਹੈ ਜਿਹੜੀ ਜੀ। 2007 ਦੀ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਜੋ ਬਿਉਂਤਬੰਦੀ ਕੀਤੀ ਜੀ, ਉਸ ਬਿਉਂਤਬੰਦੀ ਦੇ ਵਿੱਚ ਸੁਮੇਧ ਸਿੰਘ ਸੈਣੀ ਪੂਰਾ ਸੀ। ਅੱਛਾ ਜੀ। ਅਗਾਂਹ ਕੀ ਹੁੰਦਾ ਇਹ ਤੁਹਾਡੇ ਧਿਆਨ 'ਚ ਇਹ ਵੀ ਹੈਗਾ ਕਿ 2002 ਵਾਲੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਟਨਿਓਰ ਸੀ, ਜੀ, ਉਸੇ ਟਨਿਓਰ ਦੇ ਵਿੱਚ ਹੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਇਹਨਾਂ ਤੇ 100 ਤੋਂ ਵੱਧ ਜਾਇਦਾਦ ਬਣਾਉਣ ਦਾ ਪਰਚਾ ਵੀ ਦਰਜ ਹੁੰਦਾ ਹੈ। ਅੱਛਾ, ਅੰਦਰ ਵੀ ਜਾਂਦੇ ਉਹ ਅੰਦਰ ਵੀ ਜਾਂਦੇ, ਪਰਚਾ ਵੀ ਆਉਂਦਾ। ਉਹ ਪਰਚਾ ਦਰਜ ਕਰਵਾਉਣ ਤੱਕ ਵੀ ਸੁਮੇਧ ਸਿੰਘ ਸੈਣੀ ਦੀ ਭੂਮਿਕਾ ਸੀਗੀ। ਅੱਛਾ ਜੀ। ਬਸ ਜੋ ਸੈਣੀ ਪਾਸੇ ਚਲਾ ਗਿਆ ਤੇ ਦੁਸ਼ਮਣ ਦਾ ਦੁਸ਼ਮਣ ਦੋਸਤ, ਫਿਰ ਦੋਨੋਂ ਇਕੱਠੇ ਹੋ ਗਏ। ਇਕੱਠੇ ਹੋਣ ਤੋਂ ਬਾਅਦ ਜਦੋਂ ਸਰਕਾਰ ਬਣ ਗਈ ਤੇ ਸੁਮੇਧ ਸਿੰਘ ਸੈਣੀ ਨੂੰ ਡਾਇਰੈਕਟਰ ਵਿਜੀਲੈਂਸ ਬਿਊਰੋ ਲਾਇਆ। ਅੱਛਾ ਜੀ। ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ। ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਲੱਗਣ ਤੋਂ ਬਾਅਦ ਫਿਰ ਸੁਮੇਧ ਸਿੰਘ ਸੈਣੀ ਨੇ ਇੱਕੋ ਹੀ ਕੰਮ ਕੀਤਾ ਕਿ ਉਹਨੇ ਜੋ ਸੁਖਬੀਰ ਸਿੰਘ ਬਾਦਲ ਕਹਿੰਦਾ ਸੀਗਾ ਕਿ ਮੈਂ ਬਦਲਾ ਲਊਂਗਾ, ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪਰਚਾ ਦਰਜ ਕੀਤਾ ਲੁਧਿਆਣਾ ਸਿਟੀ ਸੈਂਟਰ। ਉਹ ਪਰਚਾ ਦਰਜ ਕੀਤਾ। ਇਹ ਕੈਪਟਨ ਦੀ ਤਕਦੀਰ ਚੰਗੀ ਸੀ, ਉਹਦੇ ਸ਼ੁਭ ਚਿੰਤਕ ਚੰਗੇ ਸੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਉਹਨੂੰ ਅਗੇਤੀ ਜ਼ਮਾਨਤ ਮਿਲ ਗਈ। ਉਹਦੀ ਗ੍ਰਿਫਤਾਰੀ ਨਹੀਂ ਹੋਈ। ਨਹੀਂ ਤਾਂ ਜਿਹੜੀ ਪਲਾਨਿੰਗ ਸੀ ਸੁਖਬੀਰ ਸਿੰਘ ਬਾਦਲ ਦੀ, ਉਹਦੀ ਪਲਾਨਿੰਗ ਇਹ ਸੀ ਕਿ ਪਜਾਮੀ 'ਚ ਚੂਹੇ ਪਾਉਣੇ। ਜੀ, ਕਹਿੰਦਾ ਹੁੰਦਾ ਸੀ, ਇਹ ਕਹਿੰਦਾ ਹੁੰਦਾ ਸੀ, ਤਕਰੀਰਾਂ 'ਚ ਕਹਿੰਦਾ ਹੁੰਦਾ ਸੀ। ਔਰ ਤੁਹਾਡੇ ਯਾਦ ਹੈ ਜਦੋਂ ਸ਼ਾਮਲ ਤਫਤੀਸ਼ ਹੋਇਆ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਦੇ ਵਿੱਚ, ਮੈਂ ਉਹ ਚਸ਼ਮਦੀਦ ਗਵਾਹ ਉਸ ਵੇਲੇ ਦਾ। ਉਸ ਵੇਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪੁੱਛਗਿੱਛ ਕਰ ਰਹੀ ਸੀ ਇੱਕ ਟੀਮ, ਜਿਹਦੇ ਵਿੱਚ ਸ਼ਿਵ ਕੁਮਾਰ ਵੀ ਸੀ, ਜਿਹਦੇ ਵਿੱਚ ਰਵਚਰਨ ਬਰਾੜ ਵੀ ਸੀ, ਜਿਹੜਾ ਬਠਿੰਡੇ SSP ਲੱਗਿਆ ਰਿਹਾ, ਪੂਰੀ ਸੁਮੇਧ ਸਿੰਘ ਸੈਣੀ ਦੀ ਟੀਮ ਸੀਗੀ ਜੀ। ਔਰ ਉਸ ਵੇਲੇ ਉਸ ਕਮਰੇ ਦੇ ਵਿੱਚ ਜਿਹੜਾ ਸਰਕਟ ਹਾਊਸ ਦਾ ਕਮਰਾ ਸੀ, PWD ਦਾ ਰੈਸਟ ਹਾਊਸ ਦਾ ਮੇਰਾ ਖਿਆਲ, ਉਹ ਜਿਹੜਾ ਕਮਰਾ ਸੀ, ਉਸ ਕਮਰੇ ਦੇ ਵਿੱਚ ਕੈਮਰੇ ਲੱਗੇ ਹੋਏ ਸੀ। ਅੱਛਾ ਜੀ। ਔਰ ਸੁਮੇਧ ਸਿੰਘ ਸੈਣੀ ਤੇ ਸੁਖਬੀਰ ਸਿੰਘ ਬਾਦਲ ਬੈਠ ਕੇ ਉਹ ਸਾਰੀ ਦੀ ਸਾਰੀ ਕਾਰਵਾਈ ਸੁਣ ਰਹੇ ਸੀ। ਜੋ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤੇ ਜਾਂਦੇ ਆ, ਉਹਨਾਂ ਦੇ ਉਹ ਜਵਾਬ ਦਿੰਦਾ ਹੈ। ਉਹਦੇ ਉੱਤੇ ਆ ਕੇ ਇੱਕ ਸਟੇਜ ਇਹ ਆ ਗਈ ਸੀ। ਫਿਰ ਜਦੋਂ ਗੱਲ ਕਰਦਿਆਂ ਉਹਨੇ ਕਿਹਾ, ਕੁਝ ਸਵਾਲ ਕੀਤਾ, ਉਹ ਕਹਿੰਦਾ ਨਹੀਂ ਇਹ ਇਸ ਤਰ੍ਹਾਂ ਨਹੀਂ, ਇਹ ਤੁਹਾਡੇ ਬਾਦਲ ਦੇ ਜ਼ਮਾਨੇ 'ਚ ਦਾ ਸੀਗਾ, ਇਹ ਸਾਡੇ ਜ਼ਮਾਨੇ 'ਚ ਨਹੀਂ ਹੋ ਸਕਦਾ, ਅਸੀਂ ਨਹੀਂ ਇਹ ਕੀਤਾ। ਤਾਂ ਰਵਚਰਨ ਬਰਾੜ ਕਹਿੰਦਾ ਬਾਦਲ ਨਹੀਂ, ਬਾਦਲ ਸਾਹਿਬ ਕਹੋ। ਤੇ ਕੈਪਟਨ ਅਮਰਿੰਦਰ ਸਿੰਘ ਟੁੱਟ ਕੇ ਪੈ ਗਿਆ, ਕਿਉਂ ਬਾਦਲ ਸਾਹਿਬ ਕਹੀਏ? ਤੇ ਫਿਰ ਉਹ ਕੈਮਰੇ ਹਟਾਤੇ ਸੀ ਵੀ ਇਹ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਜਲੀਲ ਹੋਣਾ ਪੈ ਰਿਹਾ। ਸੋ ਉੱਥੋਂ ਇਹ ਸਾਂਝ ਪੈਂਦੀ ਫਿਰ ਅੱਗੇ ਆ ਗਈ 2012 ਦੀ ਇਲੈਕਸ਼ਨ ਜੀ। 2012 ਦੀ ਇਲੈਕਸ਼ਨ ਤੋਂ ਪਹਿਲਾਂ ਫਿਰ ਇਹ ਸਾਰਾ ਕੁਝ ਹੋ ਗਿਆ ਮਲਤਾਨੀ ਵਾਲਾ। 1991 ਦੇ ਵਿੱਚ ਜਦੋਂ ਸੁਮੇਧ ਸਿੰਘ ਸੈਣੀ ਚੰਡੀਗੜ੍ਹ SSP ਲੱਗ ਜਾਂਦਾ, ਬੰਬ ਧਮਾਕਾ ਹੁੰਦਾ ਇਹਦੇ ਤੇ, 4 ਇਹਦੇ ਗਨਮੈਨ ਮਾਰੇ ਜਾਂਦੇ। ਇੱਕ ਇਹਦਾ ਰਮੇਸ਼ ਕੁਮਾਰ ਹੁੰਦਾ ਸੀਗਾ PSO, ਉਹਦੀ ਲੱਤ ਤੇ ਬਾਂਹ ਵੱਢੀ ਗਈ ਸੀ। ਔਰ ਇਹ ਹਸਪੀਟਲ ਚਲੇ ਗਏ ਸੁਮੇਧ ਸਿੰਘ ਸੈਣੀ ਦਾ, ਵੈਸੇ ਕੋਈ ਬਹੁਤਾ ਜ਼ਖਮੀ ਵਗੈਰਾ ਨਹੀਂ ਸੀ ਹੋਇਆ। ਤੇ ਫਿਰ ਹੋਇਆ ਕਿ ਜਿਹੜਾ ਮਿਸਟਰ ਬਲਵੰਤ ਸਿੰਘ ਮੁਲਤਾਨੀ ਹੈ, IAS ਆਫੀਸਰ DS ਮੁਲਤਾਨੀ ਦਾ ਮੁੰਡਾ, ਇਹਨੂੰ ਮੋਹਾਲੀ ਤੋਂ
ਚੱਕ ਲੈ ਇਹਦੇ ਘਰੋਂ ਚੱਕ ਲਿਆ ਜਾਂਦਾ। ਉਹਨੂੰ ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ। ਜਿਹੜਾ ਉਹਦੇ ਭਰਾ ਦੀ ਸ਼ਿਕਾਇਤ ਹੈ ਉਹਦੇ ਵਿੱਚ ਲਿਖਿਆ ਹੋਇਆ। ਉਹ ਟਾਰਚਰ ਹੋਣ ਤੋਂ ਬਾਅਦ ਫਿਰ ਦਵਿੰਦਰ ਸਿੰਘ ਭੁੱਲਰ ਦੇ ਨਾਲ ਕਨੈਕਸ਼ਨ ਜਿਹੜੇ ਹੈਗੇ ਵੀ ਕਿਵੇਂ ਕੀ ਹੈ ਦਵਿੰਦਰ ਸਿੰਘ ਭੁੱਲਰ ਤੱਕ। ਦਵਿੰਦਰ ਸਿੰਘ ਭੁੱਲਰ ਦਾ ਮਾਸੜ ਸੀ ਚੰਡੀਗੜ੍ਹ ਦੇ ਵਿੱਚ, ਉਹ ਵੀ ਚੱਕਿਆ ਗਿਆ। ਦਵਿੰਦਰ ਸਿੰਘ ਭੁੱਲਰ ਦਾ ਬਾਪ ਸੀ, ਉਹਨੂੰ ਵੀ ਚੱਕਿਆ ਗਿਆ। ਦਵਿੰਦਰ ਸਿੰਘ ਭੁੱਲਰ ਦੇ ਕਜ਼ਨ ਸੀ, ਉਹ ਵੀ ਚੱਕੇ ਗਏ। ਛੱਡਿਆ ਹੀ ਨਹੀਂ ਜੀ ਕੋਈ। ਉਹਦਾ ਸਹੁਰਾ ਵੀ ਚੱਕਿਆ ਗਿਆ। ਔਰ ਇਹ ਚੱਕ ਚਕਾ ਕੇ ਸਾਰਾ ਕੁਝ ਕਰਾ ਕੇ ਤੇ ਫਿਰ ਟੌਰਚਰ ਬਹੁਤ ਕੀਤਾ ਸੀ ਡੀਐਸ ਮੁਲਤਾਨੀ ਦੇ ਮੁੰਡੇ ਬਲਵੰਤ ਸਿੰਘ ਮੁਲਤਾਨੀ ਨੂੰ। ਫਿਰ ਉਹਨੂੰ ਕਾਦੀਆਂ ਲੈ ਕੇ ਗਏ। ਕਿਹਾ ਇਹ ਕਿ ਕਾਦੀਆਂ ਤੋਂ ਕੁਝ ਜਿਹੜੀ ਹੈਗੀ ਅਸੀਂ ਹਥਿਆਰਾਂ ਦੀ ਬਰਾਮਦਗੀ ਕਰਾਉਣੀ ਜੀ। ਲੈ ਕੇ ਗਏ ਜਾਂ ਨਹੀਂ ਲੈ ਕੇ ਗਏ, ਇਹ ਵੀ ਅਜੇ ਤੱਕ ਬੁਝਾਰਤ ਹੈ। ਕਿਉਂਕਿ ਕਾਦੀਆਂ ਜਾ ਕੇ ਇੱਕ FIR ਦਰਜ ਕਰਤੀ ਜੀ ਕਿ ਇਹ ਬੰਦਾ ਸਾਡੀ ਜਦੋਂ ਕਸਟਡੀ ਸੀਗਾ ਤੇ ਇਹ ਸਾਡੀ ਕਸਟਡੀ ਦੇ ਵਿੱਚੋਂ ਹਥਿਆਰ ਬਰਾਮਦ ਕਰਾਉਣ ਵਾਸਤੇ ਜਾਂ ਕੋਈ ਬੰਦਾ ਫੜਨ ਵਾਸਤੇ ਲੈ ਕੇ ਗਏ ਸੀ, ਭੱਜ ਗਿਆ। ਹੁਣ ਸਵਾਲ ਪੈਦਾ ਇਹ ਹੁੰਦਾ ਕਿ ਜਿਹੜਾ ਬੰਦਾ SSP ਦੇ ਉੱਤੇ ਹਮਲੇ ਦਾ ਦੋਸ਼ੀ ਹੈ, SSP ਚੰਡੀਗੜ੍ਹ ਦਾ ਯੂਨੀਅਨ ਟੈਰੀਟਰੀ ਦਾ SSP, ਉਹ ਜਿਹੜਾ ਇੰਡੀਅਨ ਸਟੇਟ ਦਾ ਬਹੁਤ ਹੀ ਕੰਮ ਦੀ ਚੀਜ਼ ਹੈ ਜੀ, ਉਸ ਬੰਦੇ ਨੂੰ ਇਹ ਤਾਂ ਹੈ ਨਹੀਂ ਵੀ 2 ਸਿਪਾਹੀ ਤੇ ਇੱਕ ਥਾਣੇਦਾਰ ਲੈ ਜਾਊਗਾ। ਉਹਦੇ ਨਾਲ CRPF ਸੀ, ਚੰਡੀਗੜ੍ਹ ਪੁਲਿਸ ਵੀ ਸੀ, ਗੁਰਦਾਸਪੁਰ ਦੀ ਪੁਲਿਸ ਵੀ ਸੀ। ਉਹ ਬੰਦਾ ਉੱਥੋਂ ਭੱਜ ਕਿਵੇਂ ਗਿਆ? ਕਹਿਣ ਵਾਲੇ ਬੰਦੇ ਇਹ ਕਹਿੰਦੇ ਆ ਕਿ ਅਸਲ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਜਿਹੜਾ ਉਹ ਇੰਟੈਰੋਗੇਸ਼ਨ ਦੇ ਦੌਰਾਨ, ਟੌਰਚਰ ਦੇ ਦੌਰਾਨ ਪੁਲਿਸ ਦੀ ਮਾਰਨਾ ਚਾਹੁੰਦਾ ਮਰ ਗਿਆ ਸੀ। ਉਹ ਮਰ ਗਿਆ ਸੀ ਤੇ ਫਿਰ ਉਹਦਾ ਜਿਹੜਾ ਕੇਸ ਬਣਾਇਆ ਗਿਆ ਜੀ ਕਿ ਉਹ ਬੰਦਾ ਭਗੌੜਾ ਹੋ ਗਿਆ, ਉਹ ਕਾਦੀਆਂ ਕੇਸ ਰਜਿਸਟਰ ਕੀਤਾ ਗਿਆ। ਅੱਜ ਤੱਕ ਵੀ ਰਿਕਾਰਡ ਦੇ ਵਿੱਚ ਉਹ ਭਗੌੜਾ। DS ਮੁਲਤਾਨੀ ਹਿੰਮਤ ਕੀਤੀ ਉਹਨੇ। DS ਮੁਲਤਾਨੀ ਨੇ ਅਰਜ਼ੀਆਂ ਪਰਚੇ ਪਾਏ। ਪਹਿਲਾਂ ਉਹਨੇ ਹੈਬੀਅਸ ਕਾਰਪਸ ਪਟੀਸ਼ਨ ਪਾਈ ਜੀ, ਜਦੋਂ ਉਹਦਾ ਬੇਟਾ ਫੜਿਆ ਹੋਇਆ ਸੀ, ਜਦੋਂ ਉਹ ਲਾਪਤਾ ਕਰਾਰ ਦਿੱਤਾ। ਫਿਰ ਉਹਨੇ ਇੱਕ ਪਟੀਸ਼ਨ ਪਾਈ ਔਰ ਉਸ ਪਟੀਸ਼ਨ ਦੇ ਆਧਾਰ ਦੇ ਉੱਤੇ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਜੀ ਇਨਕੁਆਰੀ CBI ਨੂੰ ਮਾਰਕ ਕਰਤੀ। ਇਹ 2007 ਚ ਇਨਕੁਆਰੀ ਮਾਰਕ ਹੁੰਦੀ ਹੈ ਜੀ ਤੇ 2008 ਦੇ ਵਿੱਚ ਉਹਨਾਂ ਨੇ ਹੁਕਮ ਦਿੱਤਾ ਕਿ ਕੇਸ ਰਜਿਸਟਰ ਕਰ ਲਓ ਜੀ। ਲਓ ਜੀ, ਸੁਮੈਧ ਸਿੰਘ ਸੈਣੀ ਦੇ ਖਿਲਾਫ ਕੇਸ ਰਜਿਸਟਰ ਹੋ ਗਿਆ। ਇੰਨਾ ਹੀ ਧਰਾਵਾਂ ਚ। ਅੱਛਾ ਜੀ। ਜਿਹੜੀਆਂ ਧਰਾਵਾਂ ਕੀਤੀਆਂ, ਕੀਤਾ ਕੀ ਨੇ ਰਜਿਸਟਰ? CBI ਨੇ। ਚੰਡੀਗੜ੍ਹ CBI ਨੇ ਕੀ। ਇਹ 2011 ਚ ਆ ਗਈ, ਫਿਰ ਟਾਈਮ ਆ ਗਿਆ 2011 ਦੇ ਵਿੱਚ ਜਿਹੜੀ CBI ਦਾ ਜਿਹੜੀ ਕੇਸ ਰਜਿਸਟਰ ਹੋਇਆ, ਜਿਹੜਾ ਹੁਕਮ ਦਿੱਤਾ ਹਾਈ ਕੋਰਟ ਨੂੰ, ਹਾਈ ਕੋਰਟ ਦੇ ਹੁਕਮ ਨੂੰ ਸੁਮੈਧ ਸਿੰਘ ਸੈਣੀ ਨੇ ਚੈਲੰਜ ਨਹੀਂ ਕੀਤਾ। ਅੱਛਾ, ਸਰਕਾਰ ਨੇ ਕਰਤਾ। ਸੁਪਰੀਮ ਕੋਰਟ ਨੇ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਕੀਤਾ। ਅੱਛਾ, ਵੀ ਸਾਡਾ DGP ਹੈ, ਜਿਹਦਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸੀ। ਉਹਨਾਂ ਦੀ ਮਰਜ਼ੀ ਤੋਂ ਬਗੈਰ ਤਾਂ ਹੋ ਹੀ ਨਹੀਂ ਸਕਦਾ। ਪੰਜਾਬ ਸਰਕਾਰ ਦਾ ਵਕੀਲ ਖੜਾ ਹੋਇਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ 1997 ਦੀ ਚੋਣ ਤੋਂ ਪਹਿਲਾਂ ਜੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਐਲਾਨ ਕੀਤਾ ਸੀ। ਇਹ ਉਹਦੇ ਵਿੱਚ ਲਿਖਿਆ ਹੋਇਆ ਤੁਹਾਡਾ ਮੈਨੀਫੈਸਟੋ ਦੇ ਜੀ ਕਿ ਪੰਜਾਬ ਦੇ ਜੋ ਹਾਲਾਤ ਮਾੜੇ ਹੋਏ ਹੈ, ਇਹਨਾਂ ਦੀ ਜਾਂਚ ਕਰਨ ਵਾਸਤੇ ਇੱਕ ਕਮਿਸ਼ਨ ਬਿਠਾਇਆ ਜਾਊਗਾ ਜੀ। ਲੇਕਿਨ 1997 ਚ ਸਰਕਾਰ ਬਣ ਗਈ, ਕਮਿਸ਼ਨ ਬਿਠਾਇਆ ਨਾ ਗਿਆ। ਥੋੜੇ ਸਮੇਂ ਬਾਅਦ ਜੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ CPI ਦਾ ਵਿਧਾਇਕ ਸੀ ਹਰਦੇਵ ਅਰਸ਼ੀ ਜੀ, ਜਿਹਨੂੰ ਵੈਸਟ ਪਾਰਲੀਮੈਂਟਰੀ ਦਾ ਅਵਾਰਡ ਵੀ ਮਿਲਿਆ ਹੋਇਆ। ਉਹਨੇ ਇੱਕ ਸਵਾਲ ਖੜਾ ਕਰਤਾ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਬਾਦਲ ਸਾਹਿਬ, ਤੁਸੀਂ ਕਮਿਸ਼ਨ ਬਣਾਉਣ ਦੀ ਗੱਲ ਕੀਤੀ ਸੀ, ਉਹ ਕਿੱਧਰ ਗਿਆ? ਇਹ ਕਮਿਸ਼ਨ ਬਣਾਇਆ ਕਿਉਂ ਨਹੀਂ? ਤੇ ਬਾਦਲ ਸਾਹਿਬ ਨੇ ਜਵਾਬ ਪਤਾ ਕੀਤਾ ਜੀ, ਕਾਕਾ ਜੀ ਆਠਰੇ ਜਰਮ ਉਚੇੜੋ ਨਾ। ਜੋ ਹੋ ਗਿਆ ਸੋ ਹੋ ਗਿਆ, ਮਿੱਟੀ ਪਾਓ। ਜੋ ਹੋ ਗਿਆ ਸੋ ਹੋ ਗਿਆ, ਜੋ ਮਿੱਟੀ ਪਾਓ। ਅੱਜ ਹੁਣ ਉਹੀ ਖਾਨਦਾਨ ਬਾਰੀ ਬਾਰੀ ਕਰੇ, ਫੌਜਾਂ ਚੜਾਤੀਆਂ ਜੀ, ਟੈਂਕ ਬਾੜਤੇ ਜੀ, ਬੰਦੇ ਮਾਰਤੇ ਜੀ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਵਿਧਾਨ ਸਭਾ ਦਾ ਰਿਕਾਰਡ ਇਹ ਗੱਲ ਕਹਿੰਦਾ ਜੀ ਕਿ ਬਾਦਲ ਸਾਹਿਬ ਨੇ ਕਿਹਾ ਇਹ ਗੱਲ ਨਾ ਉਚੇੜੋ। ਲਓ ਜੀ, 2011 ਚ ਜਿਹੜੇ ਸੁਮੈਧ ਸਿੰਘ ਸੈਣੀ ਨੂੰ, ਜਿਹੜੇ ਆਲਮ ਨੂੰ, ਅਜ਼ਹਾਰ ਆਲਮ ਹੋਰਾਂ ਨੂੰ ਇਹ ਕਹਿੰਦੇ ਹੁੰਦੇ ਸੀ ਇਹ ਸਿੱਖਾਂ ਦੇ ਦੁਸ਼ਮਣ ਹੈ ਜੀ, ਉਹਦੇ ਖਿਲਾਫ CBI ਦਾ ਕੇਸ ਰਜਿਸਟਰ ਹੋਇਆ ਤੇ ਉਸ ਕੇਸ ਨੂੰ ਚੈਲੰਜ ਕੀਤਾ ਹਾਈ ਕੋਰਟ ਦੇ ਹੁਕਮ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਜੀ। ਔਰ ਉੱਥੇ ਜਾ ਕੇ ਅਜਿਹਾ ਰਿਕਾਰਡ ਪੇਸ਼ ਕੀਤਾ ਗਿਆ ਜਿਹੜਾ ਰਿਕਾਰਡ DS ਮੁਲਤਾਨੀ IAS ਅਫੀਸਰ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕੀ ਕੁਛ ਹੈ। ਇਸ ਢੰਗ ਦੇ ਨਾਲ ਉੱਥੇ ਕੇਸ ਜਿਹੜੀ ਹੈਗੀ ਪੇਸ਼ ਕੀਤਾ ਗਿਆ ਕਿ ਸੁਪਰੀਮ ਕੋਰਟ ਨੇ ਇਹ ਕਹਿ ਕੇ ਕਿ ਜਿਹੜਾ ਜੂਰੀਡਿਕਸ਼ਨ ਬਣਦੀ ਨਹੀਂ, ਇਹ ਹਾਈ ਕੋਰਟ ਦੀ ਜੂਰੀਡਿਕਸ਼ਨ ਬਣਦੀ ਨਹੀਂ, ਤੇ ਉਹਨਾਂ ਨੇ ਉਹ ਕੇਸ ਉਡਾਤਾ, FIR ਉਡਾਤੀ। ਲੇਕਿਨ ਉਹਦੇ ਵਿੱਚ ਗੁੰਜਾਇਸ਼ ਰੱਖਤੀ ਕਿ ਜੇ ਪੀੜਤ ਧਿਰ ਚਾਹੁੰਦੀ ਹੈ ਤਾਂ ਉਹ ਆਪਦਾ ਠੀਕ ਤਰੀਕੇ ਦੇ ਨਾਲ ਚਾਰਾਜੋਈ ਕਰ ਲੈ, ਕਾਨੂੰਨੀ ਚਾਰਾਜੋਈ ਕਰ ਸਕਦੀ ਹੈ। ਤੇ ਹੁਣ ਕਾਨੂੰਨੀ ਕਾਰਵਾਈ ਪੀੜਤ ਧਿਰ ਨੇ ਕੀਤੀ ਹੈ ਕਿਉਂਕਿ DS ਮੁਲਤਾਨੀ ਮਰ ਗਿਆ, ਸੁਮੈਧ ਸਿੰਘ ਸੈਣੀ DGP ਬਣ ਗਏ। ਜਦੋਂ ਜਿਹੜੀ ਅਗਲੀ ਗੱਲ ਜੀ 2012 ਦੇ ਵਿੱਚ ਸਰਕਾਰ ਬਣਦੀ ਹੈ ਬਾਦਲਾਂ ਦੀ, ਔਰ ਉਹ ਸਰਕਾਰ ਬਣਨ ਤੋਂ ਪਹਿਲਾਂ ਜੀ
ਜਿਹੜੀ ਇਲੈਕਸ਼ਨ ਕੰਪੇਨ ਆ ਫਿਰ ਪੈਸਾ ਕਿਵੇਂ ਜਾਂਦਾ ਹੈ। ਉਹ ਵੀ ਬੜੀ ਚਰਚਾ 'ਚ ਹੈ। ਉਹ ਜਿਹੜੀਆਂ 108 ਐਂਬੂਲੈਂਸ ਗੱਡੀਆਂ ਦੇ ਵਿੱਚ ਪੈਸਾ ਆ ਰਿਹਾ ਤੇ ਉਹ ਪੈਸਾ ਤਕਸੀਮ ਹੁੰਦਾ ਇਲੈਕਸ਼ਨ ਕਮਿਸ਼ਨ ਨੂੰ ਐਨ ਜਿਵੇਂ ਉਹਦੀਆਂ ਅੱਖਾਂ ਦੇ ਵਿੱਚ ਪਾਤਾ ਮਿੱਟੀ ਕੱਟਾ ਹੀ ਪਾਤਾ ਜੀ, ਕੱਟਾ ਪਾ ਕੇ ਸਾਰਾ ਕੁਝ ਕੀਤਾ। ਉਹ ਸਾਰੀ ਦੀ ਸਾਰੀ ਕਾਰਵਾਈ ਕਿਹਦੀ ਸੀ ਜੀ? ਉਸ ਸਮੈਥ ਸਿੰਘ ਸੈਣੀ। ਸੈਣੀ ਦੀ ਸੀ। ਔਰ ਜਦੋਂ ਫਿਰ ਸਰਕਾਰ ਬਣ ਗਈ ਫਿਰ ਤਾਂ ਸਭ ਤੋਂ ਪਹਿਲਾ ਜਿਹੜਾ ਆਰਡਰ ਹੁੰਦਾ ਹੈ ਹਾਂ ਉਹ ਸਮੈਥ ਸਿੰਘ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਾਇਆ ਤੇ ਪੰਜਾਬ ਦਾ ਡੀਜੀਪੀ ਲਾਉਣ ਤੋਂ ਬਾਅਦ ਫਿਰ ਤੁਸੀਂ ਦੇਖੋ ਵੀ ਕੀ ਕੁਛ ਹੁੰਦਾ ਹੈ। ਫਿਰ ਆਉਂਦੀ ਹੈ ਇੱਕ ਰਾਜਨੀਤਿਕ ਲੋੜ ਜੀ ਵੋਟਾਂ ਦੀ। 2012 ਤੋਂ ਬਾਅਦ 12 13 14 ਤੇ 15 ਆਉਂਦੀ ਹੈ ਜੀ। ਇਹ 15 ਵਾਲਾ ਪੀਰੀਅਡ ਉਹ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ, ਬੰਦਿਆਂ ਵੱਲ ਉਂਗਲਾਂ ਹੋ ਗਈਆਂ, ਬੰਦੇ ਸ਼ਰੇਆਮ ਇਸ਼ਤਿਹਾਰ ਲਾ ਰਹੇ ਆ ਵੀ ਹਾਂ ਇਹ ਸਾਰਾ ਕੁਝ ਹੋਊਗਾ ਜੀ। ਲੇਕਿਨ ਪੁਲਿਸ ਨੂੰ ਕਿਹਾ ਗਿਆ ਕਿ ਨਹੀਂ, ਜਿਹੜਾ ਪ੍ਰੋਫੈਸ਼ਨਲ ਕੰਮ ਸੀ ਪੁਲਿਸ ਦਾ ਉਹ ਪ੍ਰੋਫੈਸ਼ਨਲ ਕੰਮ ਤੋਂ ਰੋਕਿਆ ਗਿਆ। ਸਮੈਥ ਸਿੰਘ ਸੈਣੀ ਨੂੰ ਕਿਹਾ ਵੀ ਨਹੀਂ, ਕਿਉਂਕਿ ਸਮੈਥ ਸਿੰਘ ਸੈਣੀ ਉਸ ਵੇਲੇ ਨਿਰਭਰ ਹੋ ਗਿਆ ਸੀ ਜੀ, ਸਾਰਾ ਕੁਝ ਉਹਨਾਂ ਤੇ ਸੀ ਤੇ ਸਮੈਥ ਸਿੰਘ ਸੈਣੀ ਜਿਵੇਂ ਤੋਰਿਆ ਉਵੇਂ ਤੁਰਿਆ। ਜਿਹੜੇ ਸਮੈਥ ਸਿੰਘ ਸੈਣੀ ਨੂੰ ਪੁਲਿਸ ਦੇ ਵਿੱਚ ਇਹ ਸਮਝਿਆ ਜਾਂਦਾ ਸੀ ਕਿ ਬੰਦਾ ਆਪਦੀ ਧੁਨ ਦਾ ਪੱਕਾ ਹੈ, ਇਹ ਫਿਰ ਉਦੋਂ ਨੂੰ ਇਹਦੀ ਧੁਨ, ਉਹ ਜਿਹੜੀ ਧੁਨ ਹੈ ਫਿਰ ਉੱਥੇ ਹੋਊਗੀ, ਕਿਉਂਕਿ ਉਹ ਬੰਦੇ ਨੂੰ ਇਹ ਹੋ ਗਿਆ ਕਿ ਮੈਨੂੰ ਸੀਬੀਆਈ ਵਾਲੇ ਕੇਸ ਦੇ ਵਿੱਚ ਤਬਾਦਲਾ ਨਹੀਂ ਕਢਾਇਆ, ਇਹਨਾਂ ਦੇ ਖਿਲਾਫ ਮੈਂ ਕਿਵੇਂ ਚੱਲੂੰਗਾ। ਲਓ ਜੀ, ਕੰਪਰੋਮਾਈਜ਼ ਹੋ ਗਿਆ, ਆਪਣੇ ਅਸੂਲਾਂ ਨਾਲ ਆਪਣੇ ਨਿਯਮਾਂ ਨਾਲ ਕੰਪਰੋਮਾਈਜ਼ ਹੋ ਗਿਆ। ਹਾਲਾਂਕਿ ਜੇ ਅਸੀਂ ਇਹ ਗੱਲ ਕਹਿ ਦਈਏ ਜਿਵੇਂ ਕਿ ਸਾਡੇ ਬਹੁਤ ਸਾਰੇ ਸੱਜਣ ਕਹਿੰਦੇ ਆ ਜੀ ਸਮੈਥ ਸਿੰਘ ਸੈਣੀ ਨੇ ਬੰਦੇ ਮਾਰੇ, KPS ਗਿੱਲ ਨੇ ਮਾਰੇ, ਸਾਨੂੰ ਇਹ ਭੁੱਲਣਾ ਚਾਹੀਦਾ KPS ਗਿੱਲ ਨਹੀਂ, ਜੇ ਉੱਥੇ ਬਖਤੌਰ ਸਿੰਘ ਹੁੰਦਾ, ਉੱਥੇ ਦਾਨੇ ਵਾਲੀਆ ਹੁੰਦਾ, ਇਹਨੂੰ ਵੀ ਮਾਰਨੇ ਪੈਂਦੇ ਕਿਉਂਕਿ ਉਹ ਫੈਸਲਾ ਇੰਡੀਅਨ ਸਟੇਟ ਦਾ ਸੀ। ਬੰਦਾ ਕੋਈ ਹੋਵੇ, ਹੱਥ ਕੋਈ ਹੋਵੇ, ਇੰਡੀਅਨ ਸਟੇਟ ਸਾਰਾ ਕੁਝ ਕਰਵਾ ਰਹੀ ਸੀ, ਸਟੇਟ ਸਾਰਾ ਕੁਝ ਕਰਵਾਈ ਜਾਂਦੀ ਸੀ, ਬਚਾਉਂਦੀ ਵੀ ਹੈ, ਸਟੇਟ ਨੇ ਬਚਾਉਣਾ ਵੀ ਆਪਦੇ ਬੰਦਿਆਂ ਨੂੰ। ਹੁਣ ਉਹ ਸਾਰਾ ਕੁਝ ਜਦੋਂ ਹੋ ਗਿਆ ਤੇ ਫਿਰ ਜਦੋਂ ਬਰਗਾੜੀ ਕਾਂਡ ਹੋਇਆ ਜੀ, ਬਰਗਾੜੀ ਕਾਂਡ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸ਼ਰੇਆਮ ਜਿਹੜੇ ਹੈਗੇ ਆ ਉਹਨਾਂ ਦੇ ਅੰਗ ਉਹ ਬਰਗਾੜੀ ਦੀਆਂ ਗਲੀਆਂ 'ਚ ਫਿਰਦੇ, ਸਿੱਖ ਪ੍ਰਚਾਰਕਾਂ ਦੀ ਅਗਵਾਈ ਦੇ ਵਿੱਚ ਉਹਨਾਂ ਅੰਗਾਂ ਨੂੰ ਇਕੱਠਿਆਂ ਕਰਕੇ ਕੋਟਕਪੂਰੇ ਲੈ ਗਏ ਜੀ। ਜਨਤਾ ਦੇ ਵਿੱਚ ਰੋਹ ਸੀ, ਜਨਤਾ ਸੜਕਾਂ ਤੇ ਨਿਕਲੇ ਤੇ ਫਿਰ ਕਿਹਾ ਗਿਆ ਕਿ ਇਸ ਜਨਤਾ ਨੂੰ ਹਟਾਓ। ਉਹ ਹਟਾਉਣ ਵਾਸਤੇ ਡਿਊਟੀ ਕਿਹਦੀ ਲੱਗਦੀ ਹੈ? ਹਟਾਉਣ ਵਾਸਤੇ ਡਿਊਟੀ ਲੱਗਦੀ ਹੈ ਸਮੈਥ ਸਿੰਘ ਸੈਣੀ ਦੀ। ਸਮੈਥ ਸਿੰਘ ਸੈਣੀ ਦੀ ਡਿਊਟੀ ਲਾਉਂਦਾ ਆਪਣੇ ਐਨ ਬਰਖੁਰਦਾਰ ਖਾਸ ਅਫਸਰ ਦੀ ਪਰਮਰਾਜ ਸਿੰਘ ਉਮਰਾ ਨੰਗਲ ਦੀ। ਉਮਰਾ ਨੰਗਲ ਉੱਥੇ ਜਾਂਦਾ ਹੈ ਔਰ ਉਮਰਾ ਨੰਗਲ ਨੂੰ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਾਤ ਨੂੰ ਸੈਣੀ ਨੂੰ ਹੁਕਮ ਦਿੰਦਾ ਹੈ, ਸੈਣੀ ਉਹ ਹੁਕਮ ਨਾਲ ਦੀ ਨਾਲ ਪਾਸ ਕਰਦਾ ਉਮਰਾ ਨੰਗਲ ਨੂੰ। ਇਹ ਤਾਂ ਸਾਰਾ ਕੁਝ ਜਿਹੜਾ ਹੈਗਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬੋਲਦੀ ਹੈ, ਰਿਪੋਰਟ ਦੇ ਵਿੱਚ ਸਾਰਾ ਕੁਝ ਪਿਆ ਵਾ ਔਰ ਉੱਥੇ ਇਹ ਸਾਰਾ ਕੁਝ ਹੋਇਆ। ਆ ਕੱਚਾ ਚਿੱਠਾ ਹੈ ਇਹਨਾਂ ਦੀ ਸਾਂਝ ਦਾ ਜੀ, ਜਿੱਥੋਂ ਇਹ ਚੱਲ ਕੇ ਤੇ ਢਿੱਲੋਂ ਸਾਹਿਬ ਜਿਹੜਾ ਹੁਣ ਵਕੀਲ ਪੇਸ਼ ਹੋਇਆ ਜੀ, ਕੀ ਨਾ ਉਹਨਾਂ ਦਾ ਸਤਨਾਮ ਸਿੰਘ ਕਲੇਰ, ਉਹ ਵੀ ਪਤਾ ਚੱਲਿਆ ਕਿ ਸਾਰੇ ਕੇਸਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਤੇ ਬਾਦਲ ਪਰਿਵਾਰ ਦੇ ਕੇਸਾਂ 'ਚ ਵੀ ਪੇਸ਼ ਹੁੰਦਾ ਰਿਹਾ। ਬਿਲਕੁਲ ਇਹਨਾਂ ਦੇ ਕੇਸਾਂ ਦੇ ਵਿੱਚ ਹੀ ਪੇਸ਼ ਹੁੰਦਾ ਰਿਹਾ ਉਹ। ਔਰ ਇਹ ਵੀ ਹੈਗਾ ਕਿ ਉਹਨੂੰ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਗੁਰਦੁਆਰਾ ਕਮਿਸ਼ਨ ਦਾ ਕਿਸੇ ਉੱਚੀ ਜਗ੍ਹਾ ਦੇ ਉੱਤੇ ਨਾਮਜ਼ਦ ਕੀਤਾ ਹੋਇਆ, ਨਿਯੁਕਤੀ ਕੀਤੀ ਹੋਈ ਹੈ। ਮੇਰਾ ਖਿਆਲ ਹੈ ਉਹਦਾ ਉਹ ਵੀ ਇੱਜ਼ਤ ਮਾਣ ਵਾਲੀ ਗੱਲ ਹੁੰਦੀ ਹੈ ਜੀ। ਸ਼ਾਇਦ ਉੱਥੇ ਕੋਈ ਆਰਥਿਕ ਲਾਭ ਵੀ ਉੱਠਦਾ ਹੋਵੇ, ਉਹ ਸਾਰਾ ਕੁਝ ਹੈ ਉਹੀ, ਇਹਦੇ 'ਚ ਕੋਈ ਸ਼ੱਕ ਨਹੀਂਗਾ। ਉਹ ਤਾਂ ਹੈ, ਕਿਉਂਕਿ ਹੁਣ ਇਹ ਇਸ ਗੱਲ ਦਾ ਤਾਂ ਉਹਨਾਂ ਨੂੰ ਵੀ ਡਰ ਹੈ ਜੇ ਅੱਜ ਸਮੈਥ ਸਿੰਘ ਸੈਣੀ ਦੇ ਖਿਲਾਫ FIR ਦਰਜ ਹੋਊਗੀ ਤੇ ਕੱਲ ਨੂੰ ਫਿਰ ਇਹ ਪਤਾ ਕਿ ਬਰਗਾੜੀ ਕਾਂਡ ਵੀ ਸ਼ੁਰੂ ਹੋ ਜਾਣਾ। ਔਰ ਇਹ ਜਦੋਂ ਹੁਣ ਤੁਸੀਂ ਦੇਖੋ ਕਿ ਕਰੋਨਾ ਵਰਗਾ ਮਾਮਲਾ ਹੈ, ਚਾਹੇ ਠੀਕ ਹੈ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਆ ਗਈ ਜੀ। ਸਮੈਥ ਸਿੰਘ ਸੈਣੀ ਨੇ ਕੱਲ ਜਦੋਂ ਹਿੰਦੁਸਤਾਨ ਟਾਈਮਜ਼ ਵਾਲਿਆਂ ਨੇ ਉਹਨਾਂ ਨਾਲ ਸੰਪਰਕ ਕੀਤਾ, ਆਪਣਾ ਹੀ ਮੁੰਡਾ ਅਰਵਿੰਦਰ ਬਾਸੂਦੇਵਾ ਨੇ ਕੀਤਾ ਹੈ। ਅਰਵਿੰਦਰ ਬਾਸੂਦੇਵਾ ਨੂੰ ਸਮੈਥ ਸਿੰਘ ਸੈਣੀ ਕਹਿੰਦਾ ਜਦੋਂ ਮੁੱਖ ਮੰਤਰੀ ਹੀ ਐਂਟੀ ਨੈਸ਼ਨਲ ਪਾਵਰਾਂ ਦੇ ਨਾਲ ਮਿਲ ਜੇ। ਅੱਛਾ, ਉਦੋਂ ਤਾਂ ਕਹਿੰਦਾ ਇਹ ਕੁਝ ਹੋਣਾ ਹੀ ਸੀ। ਫਿਰ ਮੁੱਖ ਮੰਤਰੀ ਦਾ ਵੀ ਜਿਹੜਾ ਹੈਗਾ ਰਿਪਲਾਈ ਆਇਆ, ਉਹਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਆਪ ਕਰੂਗਾ, ਇਹਦੇ ਵਿੱਚ ਕੋਈ ਰਾਜਨੀਤਿਕ ਦਖਲਅੰਦਾਜ਼ੀ ਨਹੀਂ, ਸਾਡਾ ਕੋਈ ਮਾਮਲਾ ਨਹੀਂ, ਸੀ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਜੀ। ਲੇਕਿਨ ਸਵਾਲ ਇਹ ਪੈਦਾ ਹੁੰਦਾ ਕਿ 5 ਤਾਰੀਖ ਨੂੰ ਪਲਵਿੰਦਰ ਸਿੰਘ ਮੁਲਤਾਨੀ ਐਪਲੀਕੇਸ਼ਨ ਦਿੰਦਾ ਤੇ ਸਾਰੀ ਐਪਲੀਕੇਸ਼ਨ ਦੇ ਉੱਤੇ ਸਾਰਾ ਕੁਝ ਹੋ ਕੇ 6 ਤਾਰੀਖ ਤੱਕ ਤਾਂ FIR ਦਰਜ ਹੋ ਜਾਂਦੀ ਜੀ। ਸਮੈਥ ਸਿੰਘ ਸੈਣੀ ਨੂੰ ਪਤਾ ਵੀ ਲੱਗ ਜਾਂਦਾ, ਉਹ ਨਿਕਲਦਾ ਵੀ। ਪਰ ਸਵਾਲ ਅਗਲੀ ਗੱਲ ਹੁੰਦੀ ਹੈ, ਚਲੋ ਨਿਕਲਣਾ ਤਾਂ ਕਿੱਥੇ ਹੁੰਦਾ ਹੈ, ਸਰਕਾਰਾਂ ਦੀ ਕੋਈ ਅਗਲਾ ਸਵਾਲ ਇਹ ਪੈਦਾ ਹੁੰਦਾ ਇਹਦੇ ਵਿੱਚੋਂ ਕਿ ਜਦੋਂ ਕਰੋਨਾ ਵਰਗੇ ਭਿਆਨਕ ਸੰਕਟ ਦਾ ਸਾਹਮਣਾ ਕਰ ਰਿਹਾ ਸੂਬਾ ਜੀ, ਉਦੋਂ ਇੱਕ ਸਾਬਕਾ DGP ਦੇ ਖਿਲਾਫ ਜਿਹੜਾ FIR ਦਰਜ ਕਰਨ ਵਾਸਤੇ ਜਿਹੜਾ ਸਮਾਂ ਚੁਣੇ, ਇਹ ਕੈਪਟਨ ਅਮਰਿੰਦਰ ਸਿੰਘ ਤਾਂ ਕਹਿ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ
ਕਰੋਨਾ ਤੇ ਕਾਬੂ ਨਹੀਂ ਪੈਣਾ ਹਾਂ ਹਾਂ ਤੇ ਸਰਕਾਰ ਕੱਲੀ ਕਰੋਨਾ 'ਚ ਤਾਂ ਨਹੀਂ, ਉਹਨਾਂ ਨੇ ਅਗਲੀ ਅਗਲੀ ਇਲੈਕਸ਼ਨ ਵੀ ਤੇ ਲੜਨੀ ਹੈ। ਲੋਕਾਂ ਨੂੰ ਮੂੰਹ ਵੀ ਦਿਖਾਉਣਾ ਵੀ ਅਸੀਂ ਕਰਨਾ ਕੀ ਸੀ। ਹਾਂ ਕਰੋਨਾ ਹੁਣ ਕਰੋਨਾ ਚ ਨਹੀਂ ਰਹਿਣਾ, ਹੁਣ ਹੁਣ ਕਰਨਾ ਪਊਗਾ। ਨਹੀਂ, ਹੁਣ ਸੁਮੇਧ ਸਿੰਘ ਸੈਣੀ ਦੇ ਖਿਲਾਫ FIR ਦਰਜ ਹੋ ਗਈ ਜੀ ਤੇ ਲੋਕ ਤਾਂ ਜਵਾਬ ਮੰਗਦੇ ਆ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਿਆਂ ਨਾਲ ਕਰਨ ਵਾਲਿਆਂ ਨਾਲ ਲਿਹਾਜ਼ ਕਰਨ ਵਾਲੇ ਬੰਦੇ ਕੌਣ ਹੈ? ਕੌਣ ਹੈ? ਉਹਨਾਂ ਦੇ ਖਿਲਾਫ ਕਾਰਵਾਈ, ਉਹ ਕਾਰਵਾਈ ਅੱਗੇ ਵੀ ਆਉਣੀ ਹੈ। ਇਸ ਕਰਕੇ ਵਕੀਲ ਸਾਂਝਾ, ਜਿਹੜਾ ਧਿਰਾਂ ਦਾ ਵਕੀਲ ਸਾਂਝਾ ਹੈ ਕਿ ਆਹੀ ਵਕੀਲ ਸਾਨੂੰ ਬਚਾ ਸਕਦਾ, ਉਹ ਵਕੀਲ ਵਾਰੀ-ਵਾਰੀ ਕੀਤਾ ਜਾ ਰਿਹਾ ਜੀ। ਸੋ ਕੁੱਲ ਮਿਲਾ ਕੇ ਆਪਾਂ ਆਖੀਏ ਕਿ ਸਾਰਾ ਤਾਮਝਾਮ ਬਿਲਕੁਲ ਬਿਲਕੁਲ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਸਰਦਾਰ ਬਖਤੌਰ ਸਿੰਘ ਢਿੱਲੋਂ ਦੇ ਜ਼ੁਬਾਨੀ ਸੁਮੇਧ ਸਿੰਘ ਸੈਣੀ ਤੇ ਬਾਦਲ ਪਰਿਵਾਰ ਦੀ ਸਾਂਝ ਕਿੱਥੋਂ ਕਿਵੇਂ ਪਈ, ਕਿਸ ਤਰ੍ਹਾਂ ਉਹਨਾਂ ਨੂੰ ਕੁਰਸੀ ਤੇ ਬਿਠਾਇਆ, ਮੁੜ ਕੇ ਸੁਮੇਧ ਸਿੰਘ ਸੈਣੀ ਨੂੰ ਕਿਸ ਤਰ੍ਹਾਂ ਕੁਰਸੀ ਤੇ ਬਿਠਾਇਆ, ਇਹ ਤਮਾਮ ਪਰ ਲਾਇਆ ਵੀ ਇਹ ਇੱਕ ਹਾਂ ਜਿਹੜੀ ਗੱਲ ਇਹਦੇ ਵਿੱਚ ਹੋਰ ਜੋੜਨ ਵਾਲੀ ਹੈ ਉਹ ਇਹ ਹੈ ਕਿ ਇਹ ਬਾਦਲ ਪਰਿਵਾਰ ਦੀ ਇੱਕ ਜਿਹੜੀ ਹੈਗੀ ਯੁੱਧ ਨੀਤੀ ਹੈ ਜੀ ਕਿ ਉਹ ਬੰਦੇ ਨੂੰ ਜਦੋਂ ਬਿਠਾਉਂਦੇ ਹੈ ਉਦੋਂ ਘੋੜੇ ਤੇ ਚੜ੍ਹ ਕੇ, ਹਾਥੀ ਤੇ ਚੜ੍ਹ ਕੇ ਲਿਆ ਕੇ ਉਹਨੂੰ ਸੁਸ਼ੋਭਿਤ ਕਰਦੇ ਹੈ। ਜਦੋਂ ਦੇਖਦੇ ਆ ਕਿ ਬੰਦਾ ਹੁਣੇ ਕੰਮ ਦਾ ਨਹੀਂ ਰਿਹਾ ਉਸ ਵੇਲੇ ਉਹਨੂੰ ਡਸਟਬਿਨ 'ਚ ਵੀ ਸੁੱਟ ਦਿੰਦੇ ਜੀ। ਸੁਮੇਧ ਸਿੰਘ ਸੈਣੀ ਤੋਂ ਸਭ ਕੁਝ ਕਰਵਾਇਆ, ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਬਰਗਾੜੀ ਕਾਂਡ ਦੇ ਜਿਹੜੇ ਹੈਗੇ ਐ ਉੱਥੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਸੰਚਾਲਕ, ਉਹਨਾਂ ਤੇ ਸਭ ਕੁਝ ਕਰਵਾਇਆ। ਲੇਕਿਨ ਜਦੋਂ ਪਤਾ ਲੱਗਾ ਜਨਤਾ ਉੱਠਦੀ ਹੈ ਤੇ ਉਸ ਵੇਲੇ ਮੈਂ ਨਹੀਂ ਸੁਮੇਧ ਸਿੰਘ ਸੈਣੀ ਨੂੰ ਮਿਲਿਆ ਕਦੇ, ਲੇਕਿਨ ਜਿਹੜੇ ਬੰਦੇ ਦੱਸਦੇ ਜਿਹੜੇ ਮਿਲੇ ਹੈ, ਜਿਨ੍ਹਾਂ ਨੇ ਗੱਲਾਂ ਬਾਤਾਂ ਕੀਤੀਆਂ, ਕੁਝ ਇੰਟਰਵਿਊਜ਼ ਵੀ ਕੀਤੀਆਂ, ਸੁਮੇਧ ਸਿੰਘ ਸੈਣੀ ਕਹਿੰਦਾ ਵੀ ਮੈਨੂੰ ਬੁਲਾਇਆ ਗਿਆ। ਕੁਝ ਸਾਂਝੇ ਮਿੱਤਰਾਂ ਤੋਂ ਮੇਰੇ ਕੋਲ ਇੱਕ ਜਿਹੜੀ ਗੱਲ ਆਈ ਹੈ, ਪੱਤਰਕਾਰਾਂ 'ਚ ਵੀ ਗੱਲ ਆਉਂਦੀ ਹੁੰਦੀ, ਹਾਂਜੀ ਹਾਂਜੀ, ਕਿਸੇ ਪੱਤਰਕਾਰ ਨੇ ਇੰਟਰਵਿਊ ਕੀਤੀ ਤੇ ਉਹਨੇ ਕਿਹਾ ਕਿ ਵੀ ਹਾਂਜੀ ਕਿਵੇਂ, ਉਹ ਕਹਿੰਦਾ ਮੈਨੂੰ ਬੁਲਾਇਆ ਗਿਆ ਬਾਪ ਬੇਟੇ ਨੇ, ਤੇ ਜਦੋਂ ਬਾਪ ਕਹਾਣੀਆਂ ਜੀਆਂ ਪਾਉਣ ਲੱਗੇ, ਕਾਕਾ ਜੀ ਕਹਾਣੀ ਹੈ, ਕਾਕਾ ਜੀ ਕਹਾਣੀ ਹੈ, ਤੇ ਦਬੰਗ ਤਾਂ ਹੈ ਹੀ ਸੁਮੇਧ ਸਿੰਘ ਸੈਣੀ। ਕਹਿੰਦਾ ਤੁਸੀਂ ਮੈਨੂੰ ਹਟਾਉਣ ਦਾ ਫੈਸਲਾ ਕਰ ਲਿਆ, ਹਟਾ ਦਿਓ। ਤੇ ਉਹਨੂੰ ਫਿਰ ਉਹਦੇ ਇੱਕਦਮ ਕਿਹਾ ਕਾਕਾ ਜੀ ਤੁਸੀਂ ਜਾਓ, ਉਹਨੂੰ ਹਟਾ ਕੇ ਤੇ ਲਾਤਾ ਸੁਰੇਸ਼ ਅਰੋੜੇ, ਇਹਨਾਂ ਨੂੰ ਲਾਤਾ ਉਹ ਮੈਨੂੰ ਲੱਗਦਾ ਪੰਜਾਬ ਹਾਊਸਿੰਗ ਕਾਰਪੋਰੇਸ਼ਨ ਦਾ ਲਾਤਾ। ਉਹ ਤਾਂ ਕੀ ਗੱਲ, ਉਹ ਤਾਂ DGP ਵਾਲੀ ਗੱਲ ਹੁੰਦੀ, ਉਹ ਤਾਂ ਜਿਹੜੀ ਅਸਲ ਤਾਂ DGP ਵਾਲੀ ਗੱਲ ਹੈ। ਮਤਲਬ ਉਹਨੂੰ ਪਾਸੇ ਵੀ ਕੀਤਾ, ਸਾਰਾ ਕੁਝ ਕੀਤਾ ਕਰਾਇਆ। ਹੁਣ ਇਹ ਠੀਕ ਹੈ ਵੀ ਸੁਮੇਧ ਸਿੰਘ ਸੈਣੀ ਇਸ ਵੇਲੇ ਟਰਬਲ ਦੇ ਵਿੱਚ ਹੈ, ਔਰ ਇੱਥੇ ਇਹ ਕੋਈ ਪਤਾ ਨਹੀਂਗਾ ਵੀ ਇਹ ਵੀ ਹੋ ਜੇ ਵੀ ਤੁਸੀਂ ਕਪਤਾਨ ਸਾਹਿਬ ਇਹਦੇ ਨਾਲ ਹੀ ਸਾਰ ਲਓ, ਫਿਰ ਆਪਣਾ ਤਾਂ ਫਿਰ ਵੀ ਚਲੋ ਫਿਰ ਭਾਈਚਾਰਾ ਪੋਲੀਟੀਕਲ ਬੰਦਿਆਂ ਦਾ ਤਾਂ ਭਾਈਚਾਰਾ ਹੁੰਦਾ ਹੀ ਹੈ ਵੀ ਇੱਧਰ ਉੱਧਰ ਹੀ ਸਾਰ ਲਓ। ਇਹ ਵੀ ਹੋ ਸਕਦਾ ਵੀ ਇਸ ਕੁਰਬਾਨੀ ਨਾਲ ਹੀ ਸਾਰ ਲਓ ਕੱਲੀ। ਉਹ ਫਿਰ ਕਹਿੰਦੇ ਹੁੰਦੇ ਨਾ ਵੀ ਜਦੋਂ ਆਪਦੇ ਬੰਦੇ ਦੀ ਆਪ ਹੀ ਕੁਰਬਾਨੀ ਦੇ ਦਿੰਦੇ ਹੁੰਦੇ ਵੀ ਇਹਦੇ ਨਾਲ ਸਾਰ ਲਓ, ਚੱਲ ਤੁਹਾਡੀ ਵੀ ਜਿੱਤੀ ਰਹਿ ਜੂਗੀ ਤੇ ਸਾਡੇ ਵੀ ਕੱਖ ਰਹਿ ਜਾਣਗੇ, ਕੁਝ ਵੀ ਹੋ ਸਕਦਾ ਜੀ। ਚਲੋ ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਬਠਿੰਡਾ ਤੋਂ ਜੁੜੇ ਹੋ। ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਫਿਰ ਜੁੜਾਂਗੇ ਤੁਹਾਡੇ ਨਾਲ। ਪ੍ਰੋਗਰਾਮ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਬੇ ਏਰੀਏ ਦੇ ਵਿੱਚ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ, ਇਸ ਨੂੰ ਨਵੀਂ ਨਕੋਰ ਬਣਾਉਣ ਦੇ ਲਈ ਤੁਸੀਂ ਫੇਅਰਵੇ ਆਟੋ ਸੈਂਟਰ 1421 ਇੰਡਸਟਰੀਅਲ ਪਾਰਕਵੇ ਵੈਸਟ ਹੇਵਰਡਸ ਕੈਲੀਫੋਰਨੀਆ ਦੇ ਵਿੱਚ ਬਾਈ ਦਰਸ਼ਨ ਜੀ ਹੋਰਾਂ ਕੋਲੇ ਲੈ ਜਾਓ। ਪੂਰੀ ਵਾਜਬ ਕੀਮਤ ਤੇ ਤੁਹਾਡੀ ਗੱਡੀ ਦਾ ਤਸੱਲੀ ਬਖਸ਼ ਬਾਡੀ ਵਰਕ ਕੀਤਾ ਜਾਏਗਾ। 5105382983 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਬੇਕਰਸਫੀਲਡ ਏਰੀਆ ਦੇ ਵਿੱਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਆਪਣੇ ਘਰਾਂ ਤੇ ਵਪਾਰਕ ਸਥਾਨਾਂ ਦੀਆਂ ਛੱਤਾਂ ਤੇ ਸੋਲਰ ਸਿਸਟਮ ਲਵਾ ਸਕਦੇ ਹੋ, ਹਜ਼ਾਰਾਂ ਦੀ ਬੱਚਤ ਕਰ ਸਕਦੇ ਹੋ। ਜਤਿੰਦਰ ਸਿੰਘ ਤੂਰ ਹੋਰਾਂ ਦੇ ਨਾਲ 6617541722 ਦੇ ਉੱਤੇ ਸੰਪਰਕ ਕਰ ਸਕਦੇ ਹੋ। ਇੱਕ ਬ੍ਰੇਕ, ਫਿਰ ਜੁੜਦੇ ਹਾਂ ਜੀ। PGI ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814 32345। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. Quick Truck Lube.
ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ 2 ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6618858858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਪੀਜੀਆਈ ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 98142 32345। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ